सत श्री अकाल। न्यूज़ 18 पंजाब हरियाणा हिमाचल तुसीं देख रहे हो। गौरव शुक्ला मैं हां तुहाडे नाल हाज़र हां खबरां दा प्राइम टाइम लैके। प्राइम टाइम दे विच अज गल पावर दी करनी है, पर पॉलिटिकल नहीं बल्कि पावर प्रोजैक्टां दी। आम तौर ते गल हुंदी अपने समाज दे विच कि लोड़ पैण दे उत्ते जेकर कोई काम ना आवे तां फिर उस दे नाल रिश्तेदारी रखण दा फायदा की। ते गल तां इह वी हुंदी है कि जदों काम करन नूं कहण दे उत्ते किसे दे ढिड दे विच पीड़ होण लगे तां उस नूं आम तौर ते कमचोड़ कहा जांदा है। ते हुण आपां जो आ गल्लां कर रहे हैं इस नूं पंजाब दे प्राइवेट थर्मल प्लांट दे नाल जोड़ के देखो, तस्वीर तुहानूं समझ आएगी। तां कि पंजाब दे थर्मल पावर प्लांटां नूं कमचोर थर्मल प्लांट कहना गलत होवेगा? ये फैसला तुसीं खुद करो, क्योंकि सर्दी दे विच जदों ठंड दा मौसम हुंदा है, नवंबर दिसंबर जनवरी फरवरी हुंदी है, बिजली सप्लाई दी ज्यादा दिक्कत नहीं हुंदी, ना उदों झोना लग रहा हुंदा है, ना गर्मी दी वजह नाल एसी चल रहे हुंदे ने। ਤਾਂ ਇਹਨਾਂ ਦੀਆਂ ਚਿਮਨੀਆਂ ਕਿਉਂ ਭਖਦੀਆਂ ਰਹਿੰਦੀਆਂ ਨੇ? ਇਹ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਨੇ ਇਹਨਾਂ ਦੇ ਵਿੱਚੋਂ ਧੂਆਂ ਨਿਕਲਦਾ ਰਹਿੰਦਾ ਹੈ ਤੇ ਜਦੋਂ ਗਰਮੀਆਂ ਦੇ ਸੀਜ਼ਨ ਦੇ ਵਿੱਚ ਜ਼ਰੂਰਤ ਹੁੰਦੀ ਹੈ, ਜਿਸ ਸੀਜ਼ਨ ਕਰਕੇ ਇਹਨਾਂ ਦੇ ਨਾਲ ਏਡੇ ਵੱਡੇ ਵੱਡੇ ਕਰਾਰ ਕੀਤੇ ਗਏ, ਇਹਨਾਂ ਨੂੰ ਇੰਨਾ ਪੈਸਾ ਦਿੱਤਾ ਗਿਆ, ਫਿਕਸ ਚਾਰजेस ਦਿੱਤੇ ਜਾ ਰਹੇ ਨੇ, ਉਸ ਗਰਮੀ ਦੇ ਸੀਜ਼ਨ ਦੇ ਵਿੱਚ ਇਹਨਾਂ ਥਰਮਲਾਂ ਨੂੰ ਪ੍ਰੋਬਲਮ ਕਿਉਂ ਹੋ ਜਾਂਦੀ ਹੈ? ਯਾਦ ਆ ਜਾਂਦੀ ਹੈ ਕਿ ਇਹਨਾਂ 'ਚ ਤਾਂ ਮੁਰੰਮਤ ਹੋਣੀ ਬਾਕੀ ਹੈ, ਇਹਨਾਂ ਦੇ ਵਿੱਚ ਫਲਾਣੀ ਦਿੱਕਤ ਆ ਗਈ, ਇਸ ਕਰਕੇ ਬੰਦ ਕਰਨਾ ਪੈ ਗਿਆ ਯੂਨਿਟ। ਅੱਜ ਕੱਲ ਪੰਜਾਬ ਦੇ ਮੁੱਖ ਥਰਮਲਾਂ ਦੀ ਕੀਤੀ ਜਾਵੇਗੀ। ਤੁਹਾਨੂੰ ਦੱਸਾਂਗੇ ਕਿ ਕਿਹੜਾ ਥਰਮਲ ਗਰਮੀਆਂ ਦੇ ਵਿੱਚ ਵੀ ਆਪਣੀਆਂ ਚਿਮਨੀਆਂ ਦੇ ਵਿੱਚੋਂ ਧੂਆਂ ਕੱਢਣ ਦਾ ਦਮ ਦਿਖਾ ਰਿਹਾ ਹੈ। ਅੱਜ ਕੱਲ ਸੂਬੇ ਦੇ ਸਫੇਦ ਹਾਥੀਆਂ ਦੀ। ਅੱਜ ਦੀ ਪੇਸ਼ਕਸ਼ ਦੇ ਵਿੱਚ ਗੱਲ ਅਸੀਂ ਉਹਨਾਂ ਪਾਵਰ ਪ੍ਰੋਜੈਕਟਾਂ ਦੀ ਵੀ ਕਰਾਂਗੇ ਜੋ ਸਰਕਾਰੀ ਨੇ, ਜਨਤਕ ਨੇ, ਜੋ ਸਿੱਧੇ ਤੌਰ ਤੇ ਸਰਕਾਰ ਦੇ ਨਾਲ ਜੁੜੇ ਨੇ, ਤੇ ਨਾਲ ਹੀ ਗੱਲ ਪ੍ਰਾਈਵੇਟ ਥਰਮਲਾਂ ਦੀ ਵੀ ਹੋਏਗੀ, ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਮੁੱਖ ਮੰਤਰੀ ਦੇ ਵੱਲੋਂ ਇੱਕ ਬਿਆਨ ਜਾਰੀ ਕਰ ਦਿੱਤਾ ਗਿਆ ਕਿ ਅਸੀਂ ਸਮੀਖਿਆ ਕਰ ਰਹੇ ਹਾਂ ਜਿਹੜੇ ਪ੍ਰਾਈਵੇਟ ਸਮਝੌਤੇ ਹੋਏ ਨੇ, PPA ਯਾਨੀ ਕਿ ਪਾਵਰ ਪਰਚੇਸ ਐਗਰੀਮੈਂਟ, ਤੇ ਉਹਨਾਂ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਸਮੀਖਿਆ ਤੋਂ ਬਾਅਦ ਕਿ ਅੱਗੇ ਦੀ ਕਾਨੂੰਨੀ ਰਣਨੀਤੀ ਕੀ ਹੈ। ਅੱਜ ਗੱਲ ਸਾਰੇ ਥਰਮਲ ਪਲਾਂਟਾਂ ਦੀ ਹੋਏਗੀ, ਪਰ ਸ਼ੁਰੂਆਤ ਮੈਂ 3 ਤਸਵੀਰਾਂ ਦੇ ਨਾਲ ਕਰਨ ਜਾ ਰਿਹਾ ਹਾਂ। ਇਹ 3 ਪਾਵਰ ਥਰਮਲ ਪ੍ਰੋਜੈਕਟ ਹੈਗੇ ਨੇ ਜਿਨ੍ਹਾਂ ਦੇ ਨਾਲ ਸਮਝੌਤੇ ਹੋਏ 2007 ਤੋਂ ਲੈ ਕੇ 2010 ਤੱਕ। ਇਹਨਾਂ ਦੇ ਵਿੱਚੋਂ ਇੱਕ ਹੈ ਗੋਇੰਦਵਾਲ ਸਾਹਿਬ, ਇੱਕ ਹੈ ਰਾਜਪੁਰਾ, ਇੱਕ ਹੈ ਤਲਵੰਡੀ ਸਾਬੋ, ਤੇ ਇਹ 3 ਪਾਵਰ ਪ੍ਰੋਜੈਕਟ ਨੇ। ਇਹਨਾਂ ਦੇ ਵਿੱਚੋਂ 2 ਦੀ ਹਾਲਤ ਅਜਿਹੀ ਹੈ ਜਿਸ ਦੇ ਵਿੱਚ ਤੁਹਾਨੂੰ ਪਤਾ ਨਹੀਂ ਲੱਗੇਗਾ ਕਿ ਇਹ ਲਏ ਕਿਉਂ ਗਏ ਸੀ, ਇਹਨਾਂ ਨੂੰ ਬਣਾਇਆ ਕਿਉਂ ਗਿਆ ਸੀ। ਅੱਗੇ ਤੁਹਾਨੂੰ ਦੱਸਾਂਗੇ ਕਿ ਇਹਨਾਂ ਦੇ ਵਿੱਚ ਸਫੇਦ ਹਾਥੀ ਕਿਉਂ ਕਿਹਾ ਜਾ ਰਿਹਾ ਹੈ, ਕਿਹੜਾ ਥਰਮਲ ਪਲਾਂਟ ਅੱਜ ਵੀ ਚੰਗੀ ਤਰ੍ਹਾਂ ਚੱਲ ਰਿਹਾ ਹੈ, ਕਿਸ ਦੀਆਂ ਚਿਮਨੀਆਂ ਦੇ ਵਿੱਚੋਂ ਅੱਜ ਵੀ ਧੂਆਂ ਨਿਕਲ ਰਿਹਾ ਹੈ। ਜਦੋਂ ਪੰਜਾਬ 'ਚ ਗਰਮੀ ਦਾ ਸੀਜ਼ਨ ਹੈ, ਝੋਨੇ ਦਾ ਸੀਜ਼ਨ ਹੈ, ਤੇ ਜਦੋਂ ਅਸੀਂ ਲਾਕਡਾਊਨ ਤੋਂ ਬਾਹਰ ਨਿਕਲ ਕੇ ਮੁੜ ਤੋਂ ਆਪਣੀਆਂ ਫੈਕਟਰੀਆਂ ਨੂੰ ਚਲਾ ਰਹੇ ਹਾਂ ਤਾਂ ਕਿ ਸਾਡਾ ਅਰਥਚਾਰਾ ਮੁੜ ਲੀਹਾਂ ਦੇ ਉੱਤੇ ਆ ਜੇ, ਪਰ ਜਿਹੜੇ ਲੋਕਾਂ ਨੂੰ ਲਾਕਡਾਊਨ ਦੇ ਨਾਲ ਕੋਈ ਫਰਕ ਨਹੀਂ ਪਿਆ ਲੱਗਦਾ ਹੈ, ਉਹਨਾਂ ਦੇ ਵਿੱਚ ਇਹ ਥਰਮਲ ਪਾਵਰ ਪ੍ਰੋਜੈਕਟ ਵੀ ਹੈਗੇ ਨੇ। ਗੋਇੰਦਵਾਲ ਸਾਹਿਬ, ਰਾਜਪੁਰਾ ਤੇ ਤਲਵੰਡੀ ਸਾਬੋ, ਇਹ 3 ਪਾਵਰ ਪ੍ਰੋਜੈਕਟ ਨੇ ਜਿਨ੍ਹਾਂ ਦੇ ਨਾਲ ਸਮਝੌਤੇ ਹੋਏ ਸੀ 25-25 ਸਾਲ ਵਾਲੇ। 25,000 ਕਰੋੜ ਦੀ ਲਾਗਤ ਇਹਨਾਂ ਦੇ ਉੱਤੇ, ਤਿੰਨਾਂ ਦੇ ਉੱਤੇ ਜੋ ਦੱਸਿਆ ਜਾਂਦਾ ਹੈ, ਤੇ ਕਰੀਬ 2 ਲੱਖ ਕਰੋੜ ਦੀ ਕਮਾਈ ਕਰਨੀ ਹੈ। ਪਰ ਕਮਾਈ ਕਦੋਂ ਹੋਏਗੀ? ਕਮਾਈ ਹੋਏਗੀ ਜੂਨ ਤੋਂ ਲੈ ਕੇ ਸਤੰਬਰ ਦੇ ਮਹੀਨੇ ਨੂੰ ਛੱਡ ਕੇ ਬਾਕੀ ਪੂਰਾ ਸਾਲ ਕਮਾਈ। ਤੇ ਜਦੋਂ ਜੂਨ ਤੋਂ ਲੈ ਕੇ ਸਤੰਬਰ ਤੱਕ ਪੂਰੇ ਪੰਜਾਬ 'ਚ ਪੀਕ ਸੀਜ਼ਨ ਹੁੰਦਾ ਹੈ, ਉਸ ਵੇਲੇ ਇਹਨਾਂ ਪਾਵਰ ਪ੍ਰੋਜੈਕਟਾਂ ਦੇ ਵਿੱਚ ਕੋਈ ਦਿੱਕਤ ਆ ਜਾਂਦੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਇਹ ਤੁਹਾਨੂੰ ਅੱਗੇ ਫੈਕਟ ਦੱਸਾਂਗੇ ਕਿ ਆਖਿਰ ਕਿਉਂ ਇੰਨੀ ਗੱਲ ਕਹੀ ਜਾ ਰਹੀ ਹੈ, ਕਿਉਂ ਇਸ ਤਰੀਕੇ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਇਹ ਸੂਬੇ ਦੇ ਪ੍ਰਾਈਵੇਟ ਸਫੇਦ ਹਾਥੀ ਕਿਉਂ ਬਣ ਗਏ। ਖੈਰ, ਕੁਝ ਸਵਾਲ ਨੇ ਜਿਨ੍ਹਾਂ ਦੇ ਉੱਤੇ ਅਸੀਂ ਅੱਜ ਗੱਲ ਕਰਾਂਗੇ, ਉਹਨਾਂ ਦੇ ਉੱਤੇ ਤੁਹਾਡੀ ਇੱਕ ਨਜ਼ਰ ਪਾਉਂਦੇ ਹਾਂ ਕਿ ਪੰਜਾਬ ਦੇ ਪ੍ਰਾਈਵੇਟ ਥਰਮਲ ਚਿੱਟੇ ਹਾਥੀ ਸਾਬਤ ਹੋ ਰਹੇ ਨੇ ਕਿ ਪਾਵਰ ਖਰੀਦ ਸਮਝੌਤਿਆਂ ਕਰਕੇ ਪ੍ਰਾਈਵੇਟ ਪਲਾਂਟ ਨੂੰ ਸਪਲਾਈ ਦੀ ਕੋਈ ਫਿਕਰ ਨਹੀਂ ਹੈ, ਕਿ ਇਹਨਾਂ ਨੂੰ ਕੋਈ ਦਿੱਕਤ ਨਹੀਂ ਕਿ ਸਾਡੇ ਤਾਂ ਸਮਝੌਤੇ ਹੋ ਗਏ, ਹੁਣ ਲੋਕਾਂ ਨੂੰ ਬਿਜਲੀ ਮਿਲੇ ਨਾ ਮਿਲੇ ਸਾਨੂੰ ਨੋਟ ਮਿਲ ਜਾਣੇ ਆ, ਕਿ ਇਸ ਕਰਕੇ ਹੀ ਇਹ ਬੇਫਿਕਰੀ ਹੈ, ਇਹਨਾਂ ਦੇ ਵਿੱਚ ਇਹ ਲਾਪਰਵਾਹੀ ਹੈ, ਅਣਗਹਿਲੀ ਹੈ, ਕਿ ਜਿਸ ਦੀ ਵਜ੍ਹਾ ਨਾਲ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਲੋਕਾਂ ਨੂੰ ਲੱਗ ਰਿਹਾ ਹੋਵੇਗਾ ਕਿ ਨਹੀਂ ਹੁਣ ਤਾਂ ਸੁਧਾਰ ਹੋ ਗਿਆ। ਬੇਸ਼ੱਕ ਥੋੜਾ ਜਿਹਾ ਸੁਧਾਰ ਹੋ ਗਿਆ ਹੋਵੇ, ਬਿਜਲੀ ਦੇ ਪਾਵਰ ਕੱਟ ਥੋੜੇ ਜਿਹੇ ਘੱਟ ਲੱਗ ਰਹੇ ਹੋਣ, ਪਰ ਇਹ ਵੀ ਯਾਦ ਰੱਖੋ ਕਿ ਜੇ ਗਰਮੀ ਇਸ ਤਰੀਕੇ ਨਾਲ ਰਹੀ ਤਾਂ ਫਿਰ ਕੁਝ ਨਹੀਂ ਪਤਾ ਕਦੋਂ ਪਾਵਰ ਕੱਟ ਲੱਗਣੇ ਸ਼ੁਰੂ ਹੋ ਜਾਣ। ਕਿਉਂਕਿ ਤਲਵੰਡੀ ਸਾਬੋ ਤੋਂ ਜਿਹੜੀ ਖਬਰ ਆਈ ਉਸ ਦੇ ਵਿੱਚ ਇਹ ਹੋਇਆ ਕਿ ਸੈਕਿੰਡ ਉੱਥੇ ਦਾ ਯੂਨਿਟ ਵੀ ਬੰਦ ਹੋ ਗਿਆ ਹੈ। ਉਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਤੁਸੀਂ ਤਿਆਰ ਰਹੋ, ਪਾਵਰ ਕੱਟ ਲੱਗ ਸਕਦੇ ਨੇ। ਤੇ ਇਹ ਸਵਾਲ ਨੇ ਜਿਨ੍ਹਾਂ ਦੇ ਉੱਤੇ ਅੱਜ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ।
ਤਾਂ ਅਸੀਂ ਗੱਲਬਾਤ ਕਰਾਂਗੇ ਅੱਜ ਪਾਵਰ ਪ੍ਰੋਜੈਕਟਾਂ ਦੀ ਤੇ ਵੱਖ-ਵੱਖ ਥਾਵਾਂ ਤੋਂ ਅਸੀਂ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੇ ਨੁਮਾਇੰਦਿਆਂ ਨੂੰ ਭੇਜੀਏ ਹਰ ਥਰਮਲ ਪਾਵਰ ਦੇ ਬਾਹਰ, ਹਰ ਪ੍ਰੋਜੈਕਟ ਦੇ ਬਾਹਰ, ਉਹ ਚਾਹੇ ਸਰਕਾਰੀ ਹੈ ਚਾਹੇ ਪ੍ਰਾਈਵੇਟ ਹੈ, ਜਿਹੜੇ ਮੁੱਖ ਪਾਵਰ ਪ੍ਰੋਜੈਕਟ ਨੇ ਪੰਜਾਬ ਦੇ, ਜਿੱਥੋਂ ਬਿਜਲੀ ਆਉਂਦੀ ਹੈ ਤੁਹਾਡੇ ਘਰਾਂ ਨੂੰ, ਤੁਹਾਡੇ ਖੇਤਾਂ ਨੂੰ, ਮੋਟਰਾਂ ਨੂੰ, ਬੰਬੀਆਂ ਨੂੰ, ਉਹਨਾਂ ਤੇ ਬਾਹਰ ਤੋਂ ਅੱਜ ਪੂਰਾ ਅਪਡੇਟ ਲੈਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੀਆਂ ਜਿਹੜੀਆਂ ਵੱਡੀਆਂ-ਵੱਡੀਆਂ ਚਿਮਨੀਆਂ ਉੱਥੇ ਦਿਖਦੀਆਂ ਨੇ, ਉਹਨਾਂ ਦੇ ਵਿੱਚ ਕੋਈ ਧੂਆਂ ਹੈ? ਧੂਏ ਦਾ ਮਤਲਬ ਹੈ ਕਿ ਉਹ ਚੱਲ ਰਹੇ ਨੇ। ਤਾਂ ਅੱਜ ਇਹੀ ਜਾਣਨ ਦੀ ਕੋਸ਼ਿਸ਼ ਹੋਏਗੀ ਤੇ ਨਾਲ ਹੀ ਅਸੀਂ ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜਾ ਥਰਮਲ ਪਲਾਂਟ ਕਿਹੜੇ ਇਲਾਕੇ ਨੂੰ ਬਿਜਲੀ ਦਿੰਦਾ ਹੈ ਤੇ ਕਿਹੜੇ ਥਰਮਲ ਪਾਵਰ ਪਲਾਂਟ ਦੀ ਵਜ੍ਹਾ ਦੇ ਨਾਲ ਸਭ ਤੋਂ ਜ਼ਿਆਦਾ ਪੰਜਾਬ ਦੇ ਲੋਕਾਂ ਨੂੰ ਬਿਜਲੀ ਮਿਲਦੀ ਹੈ, ਕਿਹੜੇ ਪਲਾਂਟ ਤੋਂ ਕਿੰਨੀ ਬਿਜਲੀ ਮਿਲਦੀ ਹੈ, ਇਹ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਮਹਿਮਾਨਾਂ ਦੇ ਨਾਲ ਤਾਰਫ ਕਰਵਾਉਂਦੇ ਹਾਂ। ਸਾਡੇ ਨਾਲ ਅੱਜ ਜੁੜ ਰਹੇ ਨੇ ਗੁਰਸੇਵਕ ਸਿੰਘ ਜੀ, ਥਰਮਲ ਮੁਲਾਜ਼ਮ ਨੇ, ਫੈਡਰੇਸ਼ਨ ਦੇ ਨਾਲ ਜੁੜੇ ਹੋਏ ਨੇ, ਥਰਮਲ ਮੁਲਾਜ਼ਮ ਫੈਡਰੇਸ਼ਨ ਯੂਨੀਅਨ ਦੇ ਨਾਲ। ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਗੁਰਸੇਵਕ ਜੀ ਨਿਊਜ਼ 18 ਪੰਜਾਬ ਦੇ ਉੱਤੇ। ਤੇ ਵੱਖ-ਵੱਖ ਥਾਵਾਂ ਤੋਂ ਸਾਡੇ ਸਹਿਯੋਗੀ ਜੁੜਨਗੇ। ਮੈਂ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਗੱਲ ਪਾਵਰ ਦੀ ਕਰਨੀ ਹੈ ਪਰ ਪੋਲੀਟੀਕਲ ਨਹੀਂ, ਕਿਉਂਕਿ ਪੋਲੀਟੀਕਲ ਪੰਗੇ ਵਾਲੇ ਪਾਸੇ ਜਾ ਕੇ ਫਿਰ ਸਿਆਸਤ ਸ਼ੁਰੂ ਹੋ ਜਾਂਦੀ ਹੈ। ਤੁਸੀਂ ਆਹ ਨਹੀਂ ਕੀਤਾ, ਅਸੀਂ ਉਹ ਨਹੀਂ ਕੀਤਾ, ਅਸੀਂ ਆਹ ਕੀਤਾ, ਤੁਸੀਂ ਉਹ ਨਹੀਂ ਕੀਤਾ। ਇਸ ਵਿਚਾਲੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਹੋ ਕੀ ਰਿਹਾ ਹੈ। ਇਸ ਕਰਕੇ ਅੱਜ ਕੋਸ਼ਿਸ਼ ਕੀਤੀ ਅਸੀਂ ਕਿ ਮੁੱਦੇ ਉੱਤੇ ਰਹੀਏ, ਗੱਲ ਲੋਕਾਂ ਦੇ ਸਮਝ ਆਵੇ ਕਿ ਕਿਹੜੇ ਪਾਵਰ ਪ੍ਰੋਜੈਕਟ ਦੇ ਵਿੱਚੋਂ ਕਿੰਨੀ ਬਿਜਲੀ ਮਿਲਦੀ ਹੈ ਤੇ ਕਿੰਨਾ ਫਾਇਦਾ, ਨਫਾ, ਨੁਕਸਾਨ ਇਸ ਸਮੇਂ ਪੰਜਾਬ ਨੂੰ ਹੋ ਰਿਹਾ ਹੈ। ਸ਼ੁਰੂਆਤ ਕਰਦੇ ਹਾਂ। ਮੇਰੇ ਸਹਿਯੋਗੀ ਮਨੋਜ ਰਾਠੀ ਸਾਡੇ ਨਾਲ ਨੇ। ਮਨੋਜ ਰਾਠੀ ਜੁੜ ਰਹੇ ਨੇ ਰਾਜਪੁਰਾ ਥਰਮਲ ਪਾਵਰ ਪਲਾਂਟ ਤੋਂ। ਰਾਜਪੁਰਾ ਦਾ ਥਰਮਲ ਪਾਵਰ ਪਲਾਂਟ 2010 ਦੇ ਵਿੱਚ ਇਸ ਨੂੰ ਲੈ ਕੇ ਸਮਝੌਤਾ ਹੋਇਆ ਸੀ, ਜੋ ਐਗਰੀਮੈਂਟ ਹੋਇਆ 25 ਸਾਲ ਦਾ, ਤੇ ਇੱਥੇ ਦੋ ਪਾਵਰ ਪ੍ਰੋਜੈਕਟ ਦੇ ਵਿੱਚ ਯੂਨਿਟ ਨੇ, 2 ਯੂਨਿਟ। ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਸਿੱਧਾ ਰੁਕ ਕਰਦੇ ਹਾਂ ਮਨੋਜ ਰਾਠੀ ਦਾ। ਸਭ ਤੋਂ ਪਹਿਲਾਂ ਮਨੋਜ, ਰਾਜਪੁਰਾ ਦਾ ਥਰਮਲ ਪਾਵਰ ਪਲਾਂਟ, ਦੂਰ ਤੋਂ ਦੇਖੋ ਨੈਸ਼ਨਲ ਹਾਈਵੇ ਤੋਂ, ਦਿੱਲੀ ਅੰਮ੍ਰਿਤਸਰ ਹਾਈਵੇ ਤੋਂ ਨਿਕਲੋ ਤਾਂ ਵੱਡੀਆਂ-ਵੱਡੀਆਂ ਚਿਮਨੀਆਂ ਦਿਖਦੀਆਂ ਨੇ। ਦੱਸੋ ਕਿ ਇਹ ਕਿਸੇ ਕੰਮ ਦੀਆਂ ਹੈਗੀਆਂ ਕਿ ਨਹੀਂ? ਪੰਜਾਬ ਦੇ ਲੋਕਾਂ ਨੂੰ ਇਹਨਾਂ ਚਿਮਨੀਆਂ ਦਾ ਕੋਈ ਫਾਇਦਾ ਹੋ ਰਿਹਾ ਕਿ ਨਹੀਂ? ਇਸ ਸਮਝੌਤਿਆਂ ਦਾ ਕੋਈ ਫਾਇਦਾ ਹੋ ਰਿਹਾ ਕਿ ਨਹੀਂ? ਮਨੋਜ देखो गौरव, जिदा तुसी गल कही कि अज जिहड़ी मुद्दे की असीं गल करनी है जिहड़े लोग दे पंजाब दे, क्योंकि हुण इस टाइम जिहड़ी सिचुएशन चल रही है, जिहड़ी बत्ती गुल है, बिजली गुल है, 8-8 10-10 घंटे का जिहड़ा जां इत्थे लग रहा है, बत्ती की जिहड़ी कट, पावर कट लग रहे हैं, लोग जिहड़े सड़कों ते आके सरकार खिलाफ, प्रशासन खिलाफ नारेबाजी कर रहे हैं, रोड जाम कर रहे हैं। ये आखिर हो की रहा है? लोगों को बिजली क्यों नहीं मिल रही? एक बहुत बड़े कई सवाल लगातार न्यूज़ 18 ग्राउंड जीरो तो ये काम कर रहा है। तो अज का जिहड़ा तुसी मुद्दे की गल की कि असीं पोलीटिकल गल नहीं करनी, अज न्यूज़ 18 ग्राउंड जीरो ते गल करूँगा कि किस तरह सिचुएशन हैगी, किस तरह जिहड़े थर्मल पावर प्लांट चल रहे हैं पंजाब दे, वो काम किस तरह कर रहे हैं। क्योंकि अज बिजली के संकट नूं लैके आपां गल करिए तां जिहड़े तलवंडी हिसाबों तुसीं गल कीती कि एक होर यूनिट जिहड़ी हैगी वो बंद हो चुकी है टैक्नीकल प्रॉब्लम करके। लेकिन असीं पहुंचे हां राजपुरा दे जिहड़े नाभा पावर लिमिटेड, जिहड़ा राजपुरा थर्मल पावर स्टेशन है। तुसीं कई गल के जिहड़ी चिमनियां ते धुआं निकल रहा है, नहीं निकल रहा, ते असीं कोशिश कीती इत्थे पहुंच के, हालांकि अधिकारी जिहड़े हैगे वो कैमरे दे अगे कोई गलबात करन नूं तैयार नहीं है, लेकिन असीं जिहड़ी जानकारी हजे तक लीती है, इत्थों जिहड़ी जानकारी अंदर चलेंगे, अंदर जाण दी भी कोशिश करांगे, तुहानूं दिखाउण दी कोशिश करांगे, लोकां नूं दिखाउण दी कोशिश करांगे। इत्थे जिहड़ा गौरव असीं गल करिए, ये जिहड़े यूनिट है 2010 च बनया सीगा, 700 + 700 2 यूनिट इत्थे चल रही हैं। हालांकि जिहड़े अधिकारी दावे कर रहे हैं कि दोनों यूनिट जिहड़ी हैगी वो वर्किंग है, यानी कि 700 जिहड़ी मेगावाट दे, यानी कि 2 यूनिट इत्थे वर्किंग है, ते 1322 यानी कि 1322 मैगावाट इत्थों जिहड़ी बिजली है वो पैदा हो रही है। तो आप कह सकते हैं, हालांकि अधिकारियों वालों ये दावा भी किया गया है गौरव कि ये जिहड़ी यूनिट है वर्किंग प्रॉपरली, यानी किसी भी तरह की कोई रुकावट इत्थे इस थर्मल पावर प्लांट च नहीं आई है। वड्डा दावा जरूर किया है, क्योंकि जे आप गल करिए तरन तारण की, पटिंडा की, मानसा की, राजपुरा 1322 जिहड़ी मेगावाट इत्थे बिजली जिहड़ी है वो पैदा हो रही है। तो अधिकारियों का वड्डा दावा जरूर है कि इत्थे किसी भी तरह की कोई रुकावट नहीं है, वर्किंग जिहड़ा है वो प्रॉपरली जिहड़ा हो रहा है। 1322 जिहड़ा मेगावाट ये बिजली अंदर जाने की कोशिश, असीं अंदर पहुंचे हाँ, तो ये जुड़ा दूजा गेट है। हालांकि इत्थे जिहड़े बूमर लाए ने, होर इत्थे पूरा जिहड़ा पावर, बहुत वड्डा पावर प्लांट इत्थे थर्मल प्लांट लाया गया, 700 मेगावाट दे गौरव इत्थे 2 यूनिट चल रही हैं, तो दोनों हुण वर्किंग है, यानी कि हुण तुसीं देख रहे हो चिमनियां ते धुआं निकल रहा है, वर्किंग प्रॉपरली है, जिहड़े इत्थे कामकाज चल रहा है। लेकिन हुण सवाल इहदे विच ये है कि इन्हां दे अधिकारियों नाल असीं गलबात भी कीती कि ये जिहड़ी बिजली तुसीं 1322 जिहड़ी मेगावाट जिहड़ी है वो तुसीं इत्थे पैदा कर रहे हो, वो जा कित्थे रही है। तो उन्हां दा ये साफ तौर पर कहना है कि ये जिहड़े PSPCL है उन्हां दे अधिकारी जिहड़े नकोदर, होर जिहड़े इत्थे राजपुरा,
ਇਹ ਸਾਰੀ ਜਿਹੜੀ ਬਿਜਲੀ ਹੈ ਉਹ ਡੋਮੈਸਟਿਕ ਤੇ ਪਲੱਸ ਇੰਡਸਟਰੀ ਇਹ ਉੱਥੇ ਜਾਂਦੀ ਹੈ। ਤੇ ਇਹ ਤੁਸੀਂ ਵੇਖ ਸਕਦੇ ਹੋ ਜਿਹੜਾ ਇਹ এনवायरमेंट ਡਾਟਾ ਡਿਸਪਲੇ ਵੀ ਇਹਨਾਂ ਨੇ ਕੀਤਾ ਹੋਇਆ ਕਿ ਕਿੰਨੀ ਕੈਪੈਸਿਟੀ ਹੈ, ਕਿੰਨਾ ਇਨਬਾਕਸ ਹੈਗਾ, ਕਿੰਨਾ NOT ਹੈ, ਇਹ ਸਾਰੀ ਜਿਹੜੀ ਹੈ ਯੂਨਿਟ ਦੀ ਸਾਰੀ ਡਿਟੇਲ ਇੱਥੇ ਦਿੱਤੀ ਹੋਈ ਹੈ ਤੇ ਇਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਹੁਣ ਸਵਾਲ ਗੌਰਵ ਇੱਥੇ ਇਹ ਹੈ ਕਿ ਆਖਿਰ ਜਿਹੜੇ ਇਹ ਪਾਵਰ ਪਲਾਂਟਸ ਚੱਲ ਰਹੇ ਨੇ, ਜਿਹੜੇ ਥਰਮਲ ਪਲਾਂਟਸ ਚੱਲ ਰਹੇ ਨੇ, ਇਹਨਾਂ ਨੂੰ ਮਤਲਬ ਕਿਸ ਤਰ੍ਹਾਂ ਦੀ ਦਿੱਕਤਾਂ ਜਿਹੜੀ ਹੈ ਲੋਕਾਂ ਨੂੰ ਆ ਰਹੀ ਹੈ, ਕਿਉਂ ਆਖਿਰ ਇਸ ਤਰ੍ਹਾਂ ਦੀ ਜਿਹੜੀ ਬਿਜਲੀ ਦੀ ਦਿੱਕਤ ਸਾਹਮਣੇ ਆ ਰਹੀ ਹੈ? ਕਿਉਂਕਿ ਜਿਹੜੇ ਕਈ ਪਾਵਰ ਪਲਾਂਟ ਇਸ ਤਰ੍ਹਾਂ ਦੇ ਹੈਗੇ ਗੌਰਵ ਜਿਹੜੇ ਕੰਮ ਨਹੀਂ ਕਰ ਰਹੇ, ਜਿਸ ਕਰਕੇ ਹਾਲਾਂਕਿ ਅੱਜ ਜਿਹੜੀ ਗੱਲ ਆਈ ਹੈ ਕਿ ਤਲਵੰਡੀ ਸਾਬੋ ਜਿਹੜਾ यूनिट है, एक होर यूनिट बंद हो गई है। तरन तारण जी ਅਸੀਂ ਗੱਲ ਕਰ ਰਹੇ ਹਾਂ, तरन तारण 2 यूनिट ਜਿਹੜੀ ਚੱਲ ਰਹੀ ਹੈ ਗੌਰਵ 270 प्लस 270। ਬਠਿੰਡਾ ਦੀ ਅਸੀਂ ਗੱਲ ਕਰੀਏ 4 यूनिट ਨੇ, ਚਾਰੋਂ ਬੰਦ ਹੈ। ਰੋਪੜ ਦੀ ਅਸੀਂ ਗੱਲ ਕਰੀਏ, ਰੋਪੜ 'ਚ ਜਿਹੜੇ 4 यूनिट ਹੈ ਜਿਹੜੀ 210 ਤੇ ਮੈਗਾਵਾਟ ਦੀ ਬਿਜਲੀ ਭਰਦੀ ਹੈ, ਪ੍ਰੋਡਕਸ਼ਨ 810 ਦੀ ਉਹ ਵੀ ਚੱਲ ਰਹੀ ਹੈ। ਸਕੋ ਬਾਹਰ ਕੁਝ ਅੰਕੜੇ ਲਿਖੇ ਹੋਏ ਸੀ, ਕੁਝ ਡਿਸਪਲੇ ਹੋ ਰਿਹਾ ਸੀ ਥਰਮਲ ਪਲਾਂਟ ਦੇ ਬਾਹਰ, ਇੱਕ ਬੋਰਡ ਲੱਗਿਆ ਹੋਇਆ, ਕੁਝ ਡਿਸਪਲੇ ਹੋ ਰਿਹਾ ਸੀ। ਇਹ ਕੀ ਹੈ? ਮਤਲਬ ਇੱਥੇ ਬਾਹਰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਕਿੰਨੀ ਪ੍ਰੋਡਕਸ਼ਨ ਹੋ ਰਹੀ ਹੈ, ਕਿੰਨੀ ਸਮਰੱਥਾ ਹੈ, ਜੇਕਰ ਉਹ ਦਿਖਾ ਸਕੋ। देखो ये एनवायरनमेंट डाटा डिस्प्ले शो कर रहा है गौरव, ये एनवायरनमेंट डाटा डिस्प्ले कर रहा है कि कितना पोल्यूशन ਜਿਹੜਾ ਇਹ पोल्यूशन ਦਾ डाटा एनवायरनमेंट डाटा डिस्प्ले कर रहा है। ਹਾਲਾਂਕਿ ਇਹ ਕਿੰਨੀ ਮੈਗਾਵਾਟ ਹੈਗੀ ਹੈ, ਕਿੰਨੀ ਇਹ ਇਹਦਾ ਨਹੀਂ ਹੈ, ਇਹ ਸਾਰਾ ਯੂਨਿਟ ਦਾ ਯੂਨਿਟ 1 ਚ ਕਿੰਨਾ ਕੈਪੈਸਿਟੀ ਹੈ, ਯੂਨਿਟ 2 ਚ ਕਿੰਨੀ ਕੈਪੈਸਿਟੀ ਹੈ, ਕਿੰਨੇ ਜਿਹੜੀ ਹੈਗੀ ਉਹ एनवायरनमेंट ਜਿਹੜਾ ਡਾਟਾ ਹੈ ਉਹ ਡਿਸਪਲੇ ਕਰ ਰਿਹਾ ਹੈ। ਹਾਲਾਂਕਿ ਇਹ ਕੋਸ਼ਿਸ਼ ਅਸੀਂ ਕਰਾਂਗੇ ਗੌਰਵ ਇਹ ਅੰਦਰ ਦਾ ਤੁਹਾਨੂੰ ਦਿਖਾਉਣ ਦੀ। ਹਾਲਾਂਕਿ ਅਧਿਕਾਰੀਆਂ ਵੱਲੋਂ ਫੋਨ ਤੇ ਜ਼ਰੂਰ ਗੱਲ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੀ ਇੱਥੇ ਜਿਹੜਾ ਯੂਨਿਟ ਹੈ 700 ਪਲੱਸ 700 ਜਿਹੜੇ ਮੈਗਾਵਾਟ ਹੈ ਉਹ ਜ਼ਰੂਰ ਇੱਥੇ ਕਰ ਰਹੀ ਹੈ ਤੇ ਵਰਕਿੰਗ ਹੈ। ਕਿਸੇ ਵੀ ਤਰ੍ਹਾਂ ਦੀ ਕੋਈ ਟੈਕਨੀਕਲ ਪ੍ਰੋਬਲਮ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਇਸ ਪਾਵਰ ਥਰਮਲ ਪਲਾਂਟ 'ਚ ਨਹੀਂ ਹੈ। ਲੇਕਿਨ ਹੁਣ ਦਿੱਕਤ ਇਹੀ ਹੈ ਕਿ ਆਖਿਰ ਪੰਜਾਬ ਦੇ ਲੋਕਾਂ ਨੂੰ ਬਿਜਲੀ ਕਿਉਂ ਨਹੀਂ ਮਿਲ ਰਹੀ, ਕਿਉਂ ਸੰਕਟ ਜਿਹੜਾ ਹੈ? ਕਿਉਂਕਿ 8-8 10-10 ਘੰਟੇ ਦੇ ਜਿਹੜੇ ਲੋਕ, ਹਾਲਾਂਕਿ ਲੋਕਾਂ ਦਾ ਇਹ ਵੀ ਐਲੀਗੇਸ਼ਨ ਹੈ, ਅਸੀਂ ਗਰਾਊਂਡ ਜ਼ੀਰੋ ਤੇ ਗੱਲਬਾਤ ਕੀਤੀ, ਲੋਕਾਂ ਨਾਲ ਗੱਲਬਾਤ ਕੀਤੀ, ਜਿਹੜੇ ਸੜਕਾਂ ਤੇ ਜਾਮ ਲਾਇਆ ਸੀ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜੇ ਪਾਪੂਲੇਸ਼ਨ ਏਰੀਆ ਹੈ, ਜਿਹੜੀ ਹੁਣ ਜ਼ੀਰਕਪੁਰ ਦੀ ਅਸੀਂ ਗੱਲ ਕਰੀਏ, ਜ਼ੀਰਕਪੁਰ ਦੀ 2014 'ਚ ਆਪਾਂ ਗੱਲ ਕਰੀਏ 2 ਲੱਖ ਆਬਾਦੀ ਸੀ ਪਾਪੂਲੇਸ਼ਨ, ਲੇਕਿਨ ਹੁਣ ਜ਼ੀਰਕਪੁਰ ਦੀ 4 ਲੱਖ ਟੱਪ ਚੁੱਕੀ ਹੈ। ਲੇਕਿਨ ਜਿਹੜੇ ਟਰਾਂਸਫਾਰਮਰ ਨੇ, ਜਿਹੜੇ ਗ੍ਰਿਡ ਨੇ ਉਹ ਸੇਮ ਹੈ। ਇਹਦਾ ਮਤਲਬ ਕੀ ਹੈ ਗੌਰਵ? ਇਹਦਾ ਮਤਲਬ ਇਹ ਹੈ ਕਿ ਅੱਗੇ ਜਿਹੜੀ ਅਪਗ੍ਰੇਡ ਜਿਹੜੀ ਹੈ ਉਹ ਨਹੀਂ ਕੀਤੀ ਗਈ। ਸਵਾਲ ਇਹਦੇ ਵਿੱਚ ਕਈ ਨੇ ਕਿ ਆਖਿਰ ਜਿਹੜੀ ਪੋਪੂਲੇਸ਼ਨ ਵੱਧਦੀ ਹੈ ਤਾਂ ਉਹਦੇ ਕਰਕੇ ਗ੍ਰਿਡ ਵੀ ਜਿਹੜੀ ਹੈ ਉਹ ਅੱਗੇ ਵਧਾਣੀ ਪੈਂਦੀ ਹੈ, ਟਰਾਂਸਫਾਰਮਰ ਜਿਹੜੇ ਹੈਗੇ ਉਹਨਾਂ ਨੂੰ ਵੀ ਅੱਗੇ ਜਿਹੜੀ ਕੈਪੈਸਿਟੀ ਹੈ ਉਹ ਵਧਾਣੀ ਪੈਂਦੀ ਹੈ। ਮਨੋਜ ਮੇਰੇ ਨਾਲ ਬਣੇ ਰਹੋ ਤੁਸੀਂ, ਮੈਂ ਤੁਹਾਡੇ ਕੋਲ ਵਾਪਸ ਆਉਂਗਾ ਤਾਂ ਤੁਸੀਂ ਤਕਰੀਬਨ ਇਹ ਪੂਰੀ ਪਿਕਚਰ ਦਿਖਾ ਦਿੱਤੀ ਹੈ ਕਿ ਚਿਮਨੀਆਂ ਦੇ ਵਿੱਚੋਂ ਧੂਆਂ ਨਿਕਲ ਰਿਹਾ ਹੈ। ਇਹ ਤਸਵੀਰਾਂ ਅਸੀਂ ਤੁਹਾਨੂੰ ਰਾਜਪੁਰਾ ਥਰਮਲ ਪਲਾਂਟ ਦੀਆਂ ਦਿਖਾਈਆਂ ਨੇ, ਪ੍ਰਾਈਵੇਟ ਥਰਮਲ ਪਲਾਂਟ ਹੈ ਇਹ ਇੱਥੇ। ਤੇ ਅਸੀਂ ਇਹ ਵੀ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਤਰੀਕੇ ਨਾਲ ਤੁਸੀਂ ਪਾਸ ਕਹਿ ਸਕਦੇ ਹੋ 1400 ਮੈਗਾਵਾਟ ਦੀ ਸਮਰੱਥਾ ਹੈ, 1300 ਮੈਗਾਵਾਟ ਉੱਥੇ ਉਤਪਾਦਨ ਹੋ ਰਿਹਾ ਹੈ, ਤਾਂ ਇੱਕ ਤਰੀਕੇ ਨਾਲ ਤੁਸੀਂ ਪਾਸ ਕਹਿ ਸਕਦੇ ਹੋ। ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਮੇਰੇ ਸਹਿਯੋਗੀ ਅਵਤਾਰ ਸਿੰਘ ਕੰਬੋਜ ਸਾਡੇ ਨਾਲ ਨੇ ਰੋਪੜ ਤੋਂ, ਰੋਪੜ ਦੀ ਜਾਣਕਾਰੀ ਦੇਣਗੇ। ਵੱਡੇ ਥਰਮਲ ਪਲਾਂਟ ਨੇ, ਰੋਪੜ ਤੋਂ ਵੀ ਬਿਜਲੀ ਪੰਜਾਬ ਦੇ ਵੱਡੇ ਹਿੱਸੇ ਨੂੰ ਸਪਲਾਈ ਹੁੰਦੀ ਹੈ। ਗੋਇੰਦਵਾਲ ਸਾਹਿਬ ਤੋਂ ਸਾਡੇ ਸਹਿਯੋਗੀ ਸਿਧਾਰਥ ਵੀ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਵੀ ਰੁਖ ਕਰਾਂਗੇ। ਪਰ ਪਹਿਲਾਂ ਮੈਂ ਰੁਖ ਕਰਦਾ ਹਾਂ ਸਾਡੇ ਨਾਲ ਜਿਹੜੇ ਸਾਡੇ ਮਹਿਮਾਨ ਅੱਜ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੇ ਨਾਲ ਗੁਰਸੇਵਕ ਜੀ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕਰੀਏ ਕਿ ਇਹਨਾਂ ਥਰਮਲ ਪਲਾਂਟ ਜਿਹੜੇ ਚੱਲ ਰਹੇ ਨੇ ਇਹਨਾਂ ਦਾ ਮਤਲਬ ਕੀ ਹੈ। ਗੁਰਸੇਵਕ ਜੀ, ਸਵਾਲ ਰਾਜਪੁਰਾ ਨੂੰ ਲੈ ਕੇ ਪਾਸ ਸਮਝਦੇ ਹੋ 1400 ਦੀ ਸਮਰੱਥਾ, 1300 ਮੈਗਾਵਾਟ ਬਿਜਲੀ ਪ੍ਰੋਡਕਸ਼ਨ ਹੋ ਰਹੀ ਹੈ ਉੱਥੇ। ਗੁਰਸੇਵਕ ਜੀ ਆਵਾਜ਼ ਆ ਰਹੀ ਹੈ ਮੇਰੀ? ਚਲੋ ਮੈਂ ਕੋਸ਼ਿਸ਼ ਕਰਾਂਗਾ ਗੁਰਸੇਵਕ ਜੀ ਨਾਲ ਗੱਲਬਾਤ ਕਰਨ ਦੀ ਕਿ ਥਰਮਲ ਨੂੰ ਲੈ ਕੇ ਉਹਨਾਂ ਦੀ ਜਾਣਕਾਰੀ ਕੀ ਕੁਝ ਕਹਿੰਦੀ ਹੈ। ਗੁਰਸੇਵਕ ਜੀ ਆਵਾਜ਼ ਆ ਰਹੀ ਹੈ? ਹੁਣ ਆਉਣ ਲੱਗੀ ਹੈ ਜੀ, ਠੀਕ ਆਵਾਜ਼ ਆ ਰਹੀ ਹੈ ਸਰ। ਰਾਜਪੁਰਾ ਵਾਲੇ ਦੇ ਉੱਤੇ ਸਵਾਲ ਚਾਹੂੰਗਾ ਕਿ ਰਾਜਪੁਰੇ ਦਾ ਥਰਮਲ ਪਲਾਂਟ ਤੁਸੀਂ ਸਮਝਦੇ ਹੋ ਕਿ ਆਪਣੀ ਸਮਰੱਥਾ ਨਾਲ ਕੰਮ ਕਰ ਰਿਹਾ, ਠੀਕ ਹੈ, 1400 ਦੇ ਵਿੱਚੋਂ 1300 ਮੈਗਾਵਾਟ ਦੀ ਪ੍ਰੋਡਕਸ਼ਨ ਉੱਥੇ ਹੋ ਰਹੀ ਹੈ। ਇਹ ਕਿਹੜੇ ਇਲਾਕੇ ਨੂੰ ਬਿਜਲੀ ਜਾਂਦੀ ਹੈ, ਕਿੱਥੇ ਕਿੱਥੇ ਬਿਜਲੀ ਜਾਂਦੀ ਹੈ ਰਾਜਪੁਰੇ ਤੋਂ, ਜੇਕਰ ਜਾਣਕਾਰੀ ਤੁਹਾਡੇ ਕੋਲ ਹੋਵੇ? ਰਾਜਪੁਰਾ ਜਿਹੜਾ ਰਾਜਪੁਰਾ ਥਰਮਲ ਆ ਜੀ ਉਹ ਇਸ ਵੇਲੇ ਮਤਲਬ ਪੂਰੀ ਸਮਰੱਥਾ ਤੇ ਚੱਲ ਰਿਹਾ ਜੀ। ਜੀ ਜਿਹੜਾ ਤਲਵੰਡੀ ਸਾਬੋ ਆ ਉਹਦੇ 2 ਯੂਨਿਟ ਬੰਦ ਹੈ। ਮੈਂ ਤੁਹਾਡੇ ਕੋਲ ਆਉਣਾ, ਮੈਂ ਤਲਵੰਡੀ ਸਾਬੋ ਵਾਲੇ ਕੋਲ ਆਉਂਗਾ। ਮੈਂ ਸਿਰਫ ਤਲਵੰਡੀ ਸਾਬੋ ਵਾਲੇ ਤੇ ਵੀ ਆਪਾਂ ਗੱਲ ਕਰਾਂਗੇ, ਮੈਂ ਸਪੈਸੀਫਿਕਲੀ ਰਾਜਪੁਰਾ ਤੇ ਗੱਲ ਕਰ ਰਹੇ ਹਾਂ ਕਿ ਰਾਜਪੁਰਾ ਦੇ ਦੋਵੇਂ ਪਲਾਂਟ ਚੱਲਣ ਦਾ ਮਤਲਬ ਕੀ ਹੈ, ਕਿਹੜੇ ਇਲਾਕਿਆਂ ਨੂੰ ਰਾਹਤ ਹੈ? ਨਹੀਂ ਇਹਦਾ ਐ ਨਹੀਂ ਹੁੰਦਾ ਜੀ, ਮਤਲਬ ਇਹ ਐ ਕੋਈ ਐ ਨਹੀਂ ਹੁੰਦਾ ਵੀ ਮਤਲਬ ਇਸ ਇਲਾਕੇ ਨੂੰ ਬਿਜਲੀ ਜਾਊਗੀ ਇਹਦੀ, ਕਿਉਂਕਿ ਹਾਂਜੀ ਹੁਣ ਨਾ ਜਿਹੜਾ ਮਤਲਬ ਸਾਰਾ ਹਿੰਦੁਸਤਾਨ ਦੇ ਵਿੱਚ ਜਿਹੜੀ ਬਿਜਲੀ ਹੈ ਇਹ ਕਿਸੇ ਪਾਸੇ ਵੀ ਕਿਤੋਂ ਵੀ ਆਪਾਂ ਲੈ ਸਕਦੇ ਕਿਹੜੇ ਪਾਸੇ ਵੀ ਭੇਜ ਸਕਦੇ ਹਾਂ। ਇਹਦਾ ਮਤਲਬ ਇਹ ਨਹੀਂ ਹੈ ਵੀ ਰਾਜਪੁਰੇ ਲੱਗਿਆ ਤੇ ਕੋਈ ਪਟਿਆਲੇ ਨੂੰ ਜਾਂ ਚੰਡੀਗੜ੍ਹ ਨੂੰ ਜਾਂ ਮੋਹਾਲੀ ਨੂੰ ਬਿਜਲੀ ਮਿਲੂਗੀ। ਠੀਕ ਹੈ, ਤਾਂ ਮਤਲਬ ਤੁਸੀਂ ਕਹਿ ਰਹੇ ਹੋ ਕਿ ਨੈਸ਼ਨਲ ਪਾਵਰ ਗ੍ਰਿਡ ਦੇ ਵਿੱਚ ਜਾਂਦੀ ਹੈ ਤੇ ਉਸ ਤੋਂ ਬਾਅਦ ਹੀ ਜਿਹੜੀ ਹੈ ਡਿਸਟ੍ਰੀਬਿਊਟ ਹੁੰਦੀ ਹੈ, ਕਿਸੇ ਵੀ ਪਾਸੇ ਭੇਜੀ ਜਾ ਸਕਦੀ ਹੈ।
ਤੇ ਤੁਹਾਨੂੰ ਲੱਗਦਾ ਕਿ ਪਾਸ ਹੈ ਰਾਜਪੁਰੇ ਵਾਲਾ ਜੇ 1400 ਤੋਂ 1300 ਚੱਲ ਰਿਹਾ ਹੈ? ਕਹਿ ਸਕਦੇ ਆ ਵੀ ਮਤਲਬ ਜਿਹੜੀ ਚੀਜ਼ ਸੱਚਾਈ ਹੈ ਕਿ ਜਿਹੜੀ ਚੀਜ਼ ਜਿਹੜਾ ਪ੍ਰੋਜੈਕਟ ਸਾਨੂੰ ਮਤਲਬ ਇਸ ਵੇਲੇ ਪੈਡੀ ਸੀਜ਼ਨ ਦੇ ਵਿੱਚ ਐਡੇ ਕ੍ਰਾਈਸਿਸ ਦੇ ਵਿੱਚ ਸਾਡੀ ਮਦਦ ਕਰ ਰਿਹਾ ਹੈ ਤਾਂ ਉਹਨੂੰ ਅਸੀਂ ਠੀਕ ਹੀ ਕਵਾਂਗੇ। ਮੈਂ ਉਹਨੂੰ ਝੂਠ ਨਹੀਂ ਨਾ ਕਹਿ ਸਕਦੇ ਆਪਾਂ। ਠੀਕ ਹੈ, ਬਿਲਕੁਲ। ਤਾਂ ਹੀ ਅਸੀਂ ਜੀ ਅਸੀਂ ਤਾਂ ਹੀ ਦਿਖਾ ਰਹੇ ਹਾਂ ਕਿ ਉਹ ਪਾਸ ਹੈ ਕਿਤੇ ਨਾ ਕਿਤੇ। ਮੈਂ ਤੁਹਾਡੇ ਕੋਲ ਵਾਪਸ ਆਉਣਾ, ਮੈਂ ਰੁਕ ਕਰਦਾ ਸਿਧਾਰਥ ਦਾ, ਸਾਡੇ ਸਹਿਯੋਗੀ ਸਾਡੇ ਨਾਲ ਜੁੜੇ ਹੋਏ ਨੇ ਤਰਨਤਾਰਨ ਗੋਇੰਦਵਾਲ ਸਾਹਿਬ ਤੋਂ। ਦੱਸੋ ਸਿਧਾਰਥ, ਗੋਇੰਦਵਾਲ ਸਾਹਿਬ ਦਾ ਪਾਵਰ ਪ੍ਰੋਜੈਕਟ, ਪ੍ਰਾਈਵੇਟ ਪਾਵਰ ਪ੍ਰੋਜੈਕਟ ਜਿਹੜੇ 3 ਸਮਝੌਤੇ ਹੋਏ ਨੇ ਉਹਨਾਂ ਦੇ ਵਿੱਚ ਇੱਕ ਹੈ, ਕੀ ਕੁਝ ਉੱਥੇ ਇਸ ਸਮੇਂ ਹਾਲਾਤ? ਗੌਰਵ ਗੱਲ ਕਰੀਏ ਤਾਂ ਥਰਮਲ ਪਲਾਂਟ ਜਿਹੜਾ ਗੋਇੰਦਵਾਲ ਸਾਹਿਬ ਵਿੱਚ ਮੌਜੂਦ ਹੈ, ਜੇ ਆਪਾਂ ਗੱਲ ਕਰੀਏ ਤਾਂ 570 ਕੇਵੀ ਦਾ ਉਹ ਜੇ ਗੱਲ ਕਰੀਏ ਥਰਮਲ ਪਲਾਂਟ ਹੈ। ਤੇ ਇੱਥੇ ਪਹਿਲਾਂ ਕਈ ਦੇਰ ਪਹਿਲਾਂ ਜਿਹੜੇ ਸੀ ਕਈ ਦਿਨ ਪਹਿਲਾਂ ਜਿਹੜੇ ਦੱਸੇ ਜਾ ਰਹੇ ਸੀ ਕਿ ਕਈ ਵਾਰੀ ਯੂਨਿਟ ਬੰਦ ਹੋਏ, ਲੇਕਿਨ ਹੁਣ ਜੇ ਗੱਲ ਕਰੀਏ ਜਦੋਂ ਦਾ ਬਿਜਲੀ ਸੰਕਟ ਪੰਜਾਬ ਵਿੱਚ ਪੈਦਾ ਹੋਇਆ ਇੱਥੇ ਜਿਹੜੇ 2 ਪਲਾਂਟ ਜਿਹੜੇ ਅੰਦਰ ਚੱਲਦੇ ਨੇ ਲੇਕਿਨ ਉਹ ਅੱਜ ਤੱਕ ਕਦੇ ਬੰਦ ਨਹੀਂ ਹੋਏ ਨੇ, ਉਹ ਚੱਲ ਰਹੇ ਨੇ। ਹੁਣ ਵੀ ਜੇ ਗੱਲ ਕੀਤੀ ਜਾਵੇ ਤੇ 252 ਦੇ ਹਿਸਾਬ ਦੇ ਨਾਲ ਮੇਗਾ ਸਪੀਡ ਨਾਲ ਜਿਹੜੇ ਪਲਾਂਟ ਜਿਹੜੇ ਚੱਲਦੇ ਨੇ, ਬਿਜਲੀ ਕੰਡਕਸ਼ਨ ਜਿਹੜੀ ਹੈ ਜੇ ਗੱਲ ਕੀਤੀ ਜਾਵੇ ਪੂਰੀ ਤਿਆਰ ਉੱਥੇ ਹੋ ਰਹੀ ਹੈ। ਦੋਵੇਂ ਥਰਮਲ ਪਲਾਂਟ, ਦੋਵੇਂ ਜਿਹੜੇ ਪਲਾਂਟ ਨੇ ਦੋਵੇਂ ਵਰਕਿੰਗ ਦੇ ਵਿੱਚ ਨੇ ਤੇ ਉਸੇ ਤਰੀਕੇ ਨਾਲ ਜਿਹੜਾ ਥਰਮਲ ਪਲਾਂਟ ਮੇਨ ਚੱਲ ਰਿਹਾ GVK ਦਾ ਪ੍ਰਾਈਵੇਟ ਥਰਮਲ ਪਲਾਂਟ ਹੈ ਉਹ ਵੀ ਜਿਹੜਾ ਹੈ ਵਰਕਿੰਗ ਦੇ ਵਿੱਚ ਇੱਥੇ ਜਿਹੜਾ ਗੋਇੰਦਵਾਲ ਸਾਹਿਬ ਦੇ ਵਿੱਚ ਜਿਹੜਾ ਚੱਲ ਰਿਹਾ ਜੀ। ਤਸਵੀਰਾਂ ਦਿਖਾ ਸਕਦੇ ਹੋ ਕੋਈ? ਰਾਜਪੁਰਾ ਦੀਆਂ ਮਨੋਜ ਨੇ ਤਸਵੀਰਾਂ ਦਿਖਾਈਆਂ, ਚਿਮਨੀਆਂ ਚ ਧੂਆਂ ਨਿਕਲ ਰਿਹਾ ਸੀ, ਕੋਈ ਤਸਵੀਰ ਦਿਖਾ ਸਕਦੇ ਹੋ? ਬਿਲਕੁਲ ਜੇ ਗੱਲ ਕਰੀਏ ਤਾਂ ਇਸ ਵਕਤ ਜਿਹੜਾ ਅਸੀਂ ਜਿਹੜਾ ਕੁਝ ਦੂਰੀ ਤੇ ਮੌਜੂਦ ਹਾਂ, ਲੇਕਿਨ ਜੇ ਗੱਲ ਕੀਤੀ ਜਾਵੇ ਤਾਂ ਜਿਹੜੀਆਂ ਤਸਵੀਰਾਂ ਦੀ ਜੇ ਗੱਲ ਕੀਤੀ ਜਾਵੇ ਤਾਂ ਜਿਹੜੇ ਉੱਥੇ ਜਿਹੜਾ ਹੈ ਲਾਗੇ ਜਾਣਾ ਲੋ ਨਹੀਂ ਹੈ, ਉਹ ਕਾਫੀ ਦੂਰੀ ਤੇ ਸੰਬੰਧ ਰੱਖਦਾ ਹੈ ਜਿਹੜਾ ਥਰਮਲ ਪਲਾਂਟ ਹੈ। ਜਿਹੜੀਆਂ ਚਮਕੀਨੀਆਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜਿਹੜਾ ਵਰਕਿੰਗ ਦਾ ਜਿਹੜਾ ਆਪਾਂ ਸਿਰਫ ਜਾਣਕਾਰੀ ਲੈ ਸਕਦੇ ਹਾਂ, ਉਹ ਜਾਣਕਾਰੀ ਲੈ ਕੇ ਅਸੀਂ ਜਿਹੜੀ ਦਰਸ਼ਕਾਂ ਤੱਕ ਤੁਹਾਡੇ ਤੱਕ ਜਿਹੜੀ ਪਹੁੰਚਾਈ ਜਾ ਰਹੀ ਹੈ ਕਿ ਇਹ ਥਰਮਲ ਪਲਾਂਟ ਜਿਹੜਾ ਹੈ ਵਰਕਿੰਗ ਠੀਕ ਹੈ। ਤੁਸੀਂ ਇੱਕ ਵਾਰੀ ਦੁਬਾਰਾ ਦੱਸੋ, ਤੁਹਾਡੀ ਆਵਾਜ਼ ਥੋੜੀ ਜਿਹੀ ਕਲੀਅਰ ਨਹੀਂ ਹੈ ਸਿਧਾਰਥ। ਕਿੰਨੇ ਦੀ ਸਮਰੱਥਾ ਹੈ? 540 ਦੀ 251 ਚੱਲ ਰਹੇ ਆ, ਉਹਦੇ ਵਿੱਚੋਂ 251 ਮੈਗਾਵਾਟ ਦੀ ਪ੍ਰੋਡਕਸ਼ਨ ਹੋ ਰਹੀ ਹੈ। ਨਹੀਂ ਜੀ ਬਿਲਕੁਲ ਗੱਲ ਕਰੀਏ ਤਾਂ 540 ਦੀ ਉੱਥੇ ਸਮਰੱਥਾ ਦੱਸੀ ਜਾਂਦੀ ਹੈ ਤੇ 540 ਵਾਟ ਜਿਹੜੇ MMS ਜਿਹੜੀ ਸਮਰੱਥਾ ਹੈ ਜਿਹੜੀ ਉੱਥੇ ਹੈਗੀ ਹੈ। ਤੇ ਜੇ ਗੱਲ ਕੀਤੀ ਜਾਵੇ ਦੋਨੇ ਪਲਾਂਟ ਜਿਹੜੇ ਵਰਕਿੰਗ ਦੇ ਵਿੱਚ ਨੇ 252 ਦਾ ਪਲਾਂਟ ਇੱਕ ਵੱਖਰਾ ਚੱਲ ਰਿਹਾ ਹੈ, 252 ਦਾ ਪਲਾਂਟ ਜਿਹੜਾ ਹੈ ਉੱਥੇ ਇੱਕ ਵੱਖਰਾ ਚੱਲ ਰਿਹਾ ਹੈ। ਦੋਵੇਂ ਪਲਾਂਟ ਜਿਹੜੇ ਵਰਕਿੰਗ ਦੇ ਵਿੱਚ ਨੇ, ਯਾਨੀ ਕਿ ਬਿਜਲੀ ਦੀ ਜਿਹੜੀ ਇਹਦੇ ਘਾਟ ਦੀ ਗੱਲ ਕੀਤੀ ਜਾਵੇ ਤਾਂ ਥਰਮਲ ਪਲਾਂਟ ਦੇ ਵਿੱਚ ਬਿਜਲੀ ਵੱਲੋਂ ਕੋਈ ਘਾਟ ਨਹੀਂ ਹੈ। ਜਿਵੇਂ ਜੇ ਗੱਲ ਕੀਤੀ ਜਾਵੇ ਤਾਂ ਹਰ ਇੱਕ ਜਗ੍ਹਾ ਤੇ ਜਿਹੜੀ ਸਪਲਾਈ ਜਿਹੜੀ ਹੈ ਉੱਥੋਂ ਜਿਹੜੀ ਪਹੁੰਚਾਈ ਜਾ ਰਹੀ ਹੈ, ਲੇਕਿਨ ਪੰਜਾਬ ਦੇ ਵਿੱਚ ਬਿਜਲੀ ਸੰਕਟ ਪੈਦਾ ਹੋਣਾ ਕਈ ਸਵਾਲ ਜਿਹੜੇ ਖੜੇ ਕਰਦਾ ਨੇ। ਲੇਕਿਨ ਇਸ ਜਗ੍ਹਾ ਦੇ ਉੱਪਰ ਜਿਹੜੀ ਹੈ ਬਿਜਲੀ ਘਾਟ ਦੀ ਗੱਲ ਕੀਤੀ ਜਾਵੇ ਤਰਨਤਾਰਨ ਡਿਸਟ੍ਰਿਕਟ ਦੀ ਇਸ ਦੇ ਵਿੱਚ 4 ਤੋਂ 5 ਦਿਨ ਜੋ ਤੁਸੀਂ ਜ਼ਿਕਰ ਕਰ ਰਹੇ ਹੋ ਜੀ ਰੁਕ ਕਰਦੇ ਹਾਂ ਹੁਣ ਅਸੀਂ ਰੋਪੜ ਦਾ। ਰੋਪੜ ਤੋਂ ਅਵਤਾਰ ਕੰਬੋਜ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਰਹੇ ਨੇ। ਅਵਤਾਰ ਦੱਸੋ ਰੋਪੜ ਦੇ ਵਿੱਚ ਕੀ ਕੁਝ ਸਥਿਤੀ ਹੈ? ਰੋਪੜ ਦਾ ਤਾਂ ਬਹੁਤ ਜ਼ਿਕਰ ਹੁੰਦਾ ਪੂਰੇ ਪੰਜਾਬ ਦੇ ਵਿੱਚ ਕਿ ਇੱਥੋਂ ਲਾਈਟ ਜਾਂਦੀ ਹੈ, ਇਹਦੇ ਯੂਨਿਟ ਟ੍ਰਿਪ ਕਰ ਗਏ ਤਾਂ ਫਿਰ ਦਿੱਕਤ ਹੈ। ਰੋਪੜ ਦਾ ਦੱਸੋ ਪੂਰਾ ਅਪਡੇਟ। ਪਲਾਂਟ ਦੇ ਬਾਰੇ ਦੱਸ ਦਈਏ, ਸ੍ਰੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਵਿੱਚ ਮੌਜੂਦ ਹੈ। ਇਸ ਦੇ ਵਿੱਚ 6 ਯੂਨਿਟ ਸਨ ਜਿਸ ਦੇ ਵਿੱਚੋਂ 2 ਯੂਨਿਟ ਐਕਸਪਾਇਰ ਹੋ ਚੁੱਕੇ ਨੇ, ਕਿਉਂਕਿ 6 ਯੂਨਿਟ ਇੱਕ ਯੂਨਿਟ ਦੀ ਸਮਰੱਥਾ 210 ਮੈਗਾਵਾਟ ਦੀ ਹੈਗੀ ਹੈ। 6 ਦੂਣਾ 1260 ਮੈਗਾਵਾਟ ਦੀ ਸਮਰੱਥਾ ਰੋਪੜ ਦੇ ਥਰਮਲ ਪਲਾਂਟ ਦੀ ਸੀ। ਉਸ ਤੋਂ ਬਾਅਦ 2 ਯੂਨਿਟ ਐਕਸਪਾਇਰ ਹੋ ਚੁੱਕੇ ਨੇ। ਫਿਲਹਾਲ 4 ਯੂਨਿਟ ਨੇ ਜੋ ਕਾਰਜਸ਼ੀਲ ਨੇ। 4 ਯੂਨਿਟਾਂ ਦੀ ਸਮਰੱਥਾ ਹੈਗੀ ਜੋ 840 ਮੈਗਾਵਾਟ ਹੈ ਤੇ ਫਿਲਹਾਲ ਸਥਿਤੀ ਇਹ ਹੈ ਕਿ 4 ਦੇ ਚਾਰੋਂ ਯੂਨਿਟ ਚੱਲ ਰਹੇ ਨੇ ਅਤੇ ਰੋਪੜ ਦਾ ਜੋ ਥਰਮਲ ਪਲਾਂਟ ਹੈ ਉਹ 840 ਮੈਗਾਵਾਟ ਬਿਜਲੀ ਦਾ ਉਤਪਾਦਨ ਕਰ ਰਿਹਾ ਹੈ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਈ ਵਾਰ ਦੇਖਿਆ ਸੀ ਕਿ ਬ੍ਰੇਕਡਾਊਨ ਵਗੈਰਾ ਵੀ ਹੋਈ, ਕਿਉਂਕਿ 2 ਦਿਨ ਪਹਿਲਾਂ ਵੀ ਪਰਸੋਂ ਵੀ 4 ਨੰਬਰ ਯੂਨਿਟ ਹੈ ਜੋ ਰੋਪੜ ਥਰਮਲ ਪਲਾਂਟ ਦਾ, ਉਸ ਦੇ ਵਿੱਚ ਥੋੜੀ ਦੇਰ ਲਈ ਤਕਨੀਕੀ ਖਰਾਬੀ ਆਈ ਸੀ ਤੇ ਲੱਗਿਆ ਸੀ ਕਿ 210 ਮੈਗਾਵਾਟ ਜੋ ਬਿਜਲੀ ਦਾ ਉਤਪਾਦਨ ਹੈ ਉਹ ਘਟ ਜਾਵੇਗਾ, ਕਿਉਂਕਿ 3 ਯੂਨਿਟ ਚੱਲਦੇ ਰਹਿ ਗਏ ਸੀ, 1 ਯੂਨਿਟ ਬੰਦ ਹੋ ਗਿਆ ਸੀ। ਲੇਕਿਨ ਕੁਝ ਹੀ ਦੇਰ ਬਾਅਦ ਜੋ ਥਰਮਲ ਪਲਾਂਟ ਦੇ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਸਮੱਸਿਆ ਨੂੰ ਹੱਲ ਕਰ ਲਿੱਤਾ ਗਿਆ ਅਤੇ 4 ਨੰਬਰ ਯੂਨਿਟ ਨੂੰ ਵੀ ਚਾਲੂ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਲਗਾਤਾਰ ਇਹ 3 ਨੰਬਰ 4 ਨੰਬਰ 5 ਨੰਬਰ 6 ਨੰਬਰ 4 ਯੂਨਿਟ ਨੇ। ਚਾਰੋਂ ਯੂਨਿਟ 210 ਮੈਗਾਵਾਟ ਦੀ ਪੂਰੀ ਸਮਰੱਥਾ ਦੇ ਉੱਪਰ ਕੰਮ ਕਰਦੇ ਹੋਏ 840 ਮੈਗਾਵਾਟ ਫਿਲਹਾਲ ਬਿਜਲੀ ਦਾ ਉਤਪਾਦਨ ਕਰ ਰਹੇ ਹਨ। ਜੀ ਗੌਰਵ, ਤੁਸੀਂ ਕਹਿ ਰਹੇ ਹੋ ਕਿ ਸਮਰੱਥਾ ਪੂਰੀ ਨਾਲ ਕੰਮ ਕਰ ਰਿਹਾ, ਇੱਕ ਤਾਂ ਤਸਵੀਰਾਂ ਜੇਕਰ ਦਿਖਾ ਸਕੋ ਤੇ ਦੂਜਾ ਇਹ ਜਿਹੜੀਆਂ ਯੂਨਿਟਸ ਨੇ ਇਹ ਪਿਛਲੇ 2 ਮਹੀਨੇ ਤੋਂ ਚੱਲ ਰਹੀਆਂ ਨੇ, ਕਿਉਂਕਿ ਗਰਮੀ ਦਾ ਪੀਕ ਸੀਜ਼ਨ ਹੈ। ਮਈ, ਜੂਨ, ਜੁਲਾਈ, ਅਗਸਤ ਇਹ ਉਹ ਮਹੀਨੇ ਹੁੰਦੇ ਨੇ ਜਦੋਂ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ। ਕਿਉਂਕਿ ਰੈਸਟ੍ਰਿਕਟਡ ਏਰੀਆ ਹੈ, ਉੱਥੇ ਜਾਣ ਦੀ ਮਨਾਹੀ ਹੈ। ਤਸਵੀਰਾਂ ਅਸੀਂ ਦਰਸ਼ਕਾਂ ਨੂੰ ਫਿਲਹਾਲ ਥਰਮਲ ਪਲਾਂਟ ਦੇ ਅੰਦਰ ਦੀਆਂ ਨਹੀਂ ਦਿਖਾ ਪਾਵਾਂਗੇ,
ਲੇਕਿਨ ਪੀਕ ਸੀਜ਼ਨ ਹੈ, ਗਰਮੀ ਦੇ ਮੌਸਮ ਦੇ ਵਿੱਚ ਬਿਜਲੀ ਦੀ ਖਪਤ ਦੀ ਡਿਮਾਂਡ ਵੱਧ ਜਾਂਦੀ ਹੈ। ਡਿਮਾਂਡ ਵਧਣ ਦੇ ਨਾਲ ਥਰਮਲ ਪਲਾਂਟ ਦੇ ਯੂਨਿਟ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਸੀ ਕਿ 4 ਯੂਨਿਟ ਦੇ ਵਿੱਚੋਂ ਹੀ ਬੰਦ ਕਰ ਦਿੱਤੇ ਗਏ ਸਨ, ਅਤੇ ਪਿਛਲੇ ਸਮੇਂ ਦੇ ਵਿੱਚ ਇੱਕ ਤਸਵੀਰ ਹੋਰ ਸਾਹਮਣੇ ਆਈ ਸੀ, ਜੋ ਸਰਕਾਰੀ ਥਰਮਲ ਪਲਾਂਟ ਨੇ ਉਹਨਾਂ ਨੂੰ ਬੰਦ ਕਰਨ ਦੀ ਜੋ ਕਵਾਇਦ ਚੱਲ ਰਹੀ ਸੀ, ਤੇ ਰੋਪੜ ਥਰਮਲ ਪਲਾਂਟ ਦੇ ਵੀ 720 ਜੋ ਵੱਖ-ਵੱਖ ਮੁਲਾਜ਼ਮ ਨੇ ਉਹਨਾਂ ਦੀ ਅਸਾਮੀਆਂ ਵੀ ਪਿਛਲੇ ਸਮੇਂ ਦੇ ਵਿੱਚ ਖਤਮ ਕਰ ਦਿੱਤੀਆਂ ਗਈਆਂ ਸਨ। परंतु हुण जो पीक समा हुंदा है, गर्मियां दा सीजन हुंदा है ते गर्मी दी डिमांड वध जाती है, तो जो ये रोपड़ का थर्मल प्लांट भी है इसनूं भी 4 यूनिटां नूं पूरी समर्था के उपर चलाया जा रहा है। तो जो मुलाजम भी काम कर रहे हैं, जो भावें ठेके वाले मुलाजम ने या सरकारी मुलाजम ने, उन्होंने भी स्पैशल ड्यूटियां लगियां हुई ने, क्योंकि मुलाजमां दी घाट अक्सर रड़कदी है। लेकिन जो पीक सीजन आता, गर्मी का सीजन आता, तो गर्मी की डिमांड वध जाती है, उस वक्त बिजली की जो मंग है उसकी पूर्ति करने के लिए इस थर्मल प्लांट के 4 यूनिट चलाए जाते हैं। तो फिलहाल भी 4 यूनिट चलाए जा रहे हैं। 2024 तक दसिया जा रहा है कि इन्हां जो थर्मल के 4 यूनिट है इन्हां दी लाइफ है, क्योंकि 25 साल की जो लाइफ दसी जाती है थर्मल प्लांट की, तो 2 यूनिट 25 साल की लाइफ लंघ जाने कारण बंद कर दिए गए सन। हालांकि एक पहलू होर भी है, जो थर्मल प्लांट के मुलाजम ने लंबे समय तो संघर्ष करते आ रहे हैं तो मंग करते आ रहे हैं कि थर्मल प्लांट नूं चालू रखा जाए, क्योंकि जो पहले 2 यूनिट ने जो बंद कर दिए गए हैं एक्सपायर होने का हवाला दे के कहा जा रहा है कि वो यूनिट भी फिलहाल काम कर सकते हैं, क्योंकि उन्होंने मशीनरी भी वधिया है। लेकिन पिछले समय के विच देखा जो अकाली सरकार सी, तां पंजाब दे विच निजी थर्मल प्लांट लिआंदे गए सन ते उन्हां दे नाल समझौते कीते गए सन। सियासी हलकिਆਂ ਦੇ ਵਿੱਚ भी इस वक्त यह मुद्दा गरमाया होया है। जी गौरव जी बिल्कुल, अवतार सन रोपड़ का पूरा अपडेट दे रहे हैं कि रोपड़ ਦੇ ਵਿੱਚ ਇਸ ਸਮੇਂ ਕੀ ਕੁਝ ਸਥਿਤੀ ਹੈ। ਇਸ ਵਿਚਾਲੇ ਸਾਡੇ ਨਾਲ ਸਾਡੇ ਸਹਿਯੋਗੀ ਸੂਰਜ ਭਾਨ ਵੀ ਜੁੜ ਚੁੱਕੇ ਨੇ, ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ ਬਠਿੰਡਾ ਤੇ ਲਹਿਰਾ ਮੁਹੱਬਤ ਥਰਮਲ ਪਲਾਂਟਾਂ ਦੀ। ਉਹਨਾਂ ਤੋਂ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਗੁਰਸੇਵਕ ਜੀ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ। ਗੁਰਸੇਵਕ ਜੀ, ਸਵਾਲ, ਕਿਉਂਕਿ ਅਸੀਂ ਵੱਖ-ਵੱਖ ਥਰਮਲ ਪਲਾਂਟਾਂ ਦਾ ਜ਼ਿਕਰ ਕਰ ਰਹੇ ਹਾਂ, ਪੰਜਾਬ ਦੇ ਵਿੱਚ ਜੇ ਸਾਰੇ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਚੱਲਣ ਤਾਂ ਕੀ ਬਿਜਲੀ ਦੀ ਕਿੱਲਤ ਦੂਰ ਹੋ ਸਕਦੀ ਹੈ? ਜਿਹੜੇ ਆਪਾਂ ਕਹਿ ਰਹੇ ਹਾਂ ਕਿ 1000 1200 1300 ਮੈਗਾਵਾਟ ਦਾ ਇੱਕ ਡਿਫਰੈਂਸ ਆ ਰਿਹਾ ਡਿਮਾਂਡ ਅਤੇ ਸਪਲਾਈ ਦੇ ਵਿੱਚ, ਜੇ ਸਾਰੀਆਂ ਸਮਰੱਥਾ ਦੇ ਨਾਲ ਚੱਲਣ ਯੂਨਿਟਾਂ ਤਾਂ ਕੀ ਅਸੀਂ ਸਪਲਾਈ ਡਿਮਾਂਡ ਸਭ ਅਚੀਵ ਕਰ ਸਕਦੇ ਹਾਂ, ਯਾਨੀ ਕਿ ਜਿਹੜੇ ਕੱਟ ਹੈ ਉਸ ਤੋਂ ਰਾਹਤ ਮਿਲ ਸਕਦੀ ਹੈ? नहीं जी, मतलब जे साडे सरकारी ते प्राइवेट थर्मल पूरी समर्था दे उत्ते चलन जी तां भी असीं जिहड़ी है ये गैप है इहनूं पूरा नहीं कर सकदे, क्योंकि जो साडी डिमांड है ते ਉਹਦੇ ਵਿੱਚ जो साडी खपत है ਉਹਦੇ ਵਿੱਚ ਕਾਫੀ ਵੱਡਾ ਜਿਹੜਾ ਮਤਲਬ ਪਾੜਾ ਹੈਗਾ। ਤੇ ਇਸ ਕਰਕੇ ਜਿਹੜਾ 460 ਮੈਗਾਵਾਟ ਬਠਿੰਡਾ ਥਰਮਲ ਤੇ 420 ਮੈਗਾਵਾਟ ਰੋਪੜ ਥਰਮਲ ਦੇ ਜਿਹੜੇ ਯੂਨਿਟ ਬੰਦ ਕੀਤੇ ਗਏ ਹੈ, 880 ਮੈਗਾਵਾਟ ਦਾ ਤੁਸੀਂ ਮਤਲਬ ਜਿਹੜਾ ਇਹ ਖੱਪਾ ਹੈ ਇਹਨੂੰ ਕਿਵੇਂ ਪੂਰਾ ਕਰੋਗੇ? ਕਿਉਂਕਿ ਮਤਲਬ ਜਿਹੜਾ ਅਸੀਂ ਨਹੀਂ, ਪਰ ਕਿਹਦੇ ਪਰ ਨਿਰਭਰ ਰਹਿੰਦੇ ਆ ਅਸੀਂ ਪੰਜਾਬੀ, ਕਿਹਦੇ ਪਰ ਨਿਰਭਰ ਰਹਿੰਦੇ ਨੇ ਕਿ ਫਿਰ ਨੈਸ਼ਨਲ ਗ੍ਰਿਡ ਤੋਂ ਲੈਣੀ ਪੈਂਦੀ ਹੈ ਲਾਈਟ? ਨੈਸ਼ਨਲ ਗ੍ਰਿਡ ਦੇ ਤੋਂ ਵੀ ਜੇ ਅਸੀਂ ਮਤਲਬ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਹੈ, ਨੈਸ਼ਨਲ ਗ੍ਰਿਡ ਤੋਂ ਵੀ ਆਪਾਂ ਸਮਰੱਥਾ ਦੇ ਅਨੁਸਾਰ ਹੀ ਉੱਥੋਂ ਲੈ ਸਕਦੇ ਹਾਂ। ਵੱਧ ਤੋਂ ਵੱਧ 6800 70 7100 7200 ਮੈਗਾਵਾਟ ਉੱਥੋਂ ਲੈ ਸਕਦੇ ਹਾਂ, ਤੇ 25 2600 ਮੈਗਾਵਾਟ ਜਿਹੜੀ ਸਾਡੀ ਜਿਹੜੀ ਇਹ ਬਣਦੀ ਹੈ ਇਸ ਟਾਈਮ ਦੇ ਉੱਤੇ ਅੱਜ ਦੀ ਡੇਟ ਦੇ ਵਿੱਚ। ਕਿਉਂਕਿ ਆਪਾਂ ਨਾ ਜਦੋਂ ਕੋਈ ਵੀ ਆਪਾਂ ਜ਼ਿਕਰ ਕਰਦੇ ਹਾਂ ਕਿਸੇ ਗੱਲ ਦਾ, ਇਹ ਮਤਲਬ ਮਸ਼ੀਨਰੀ ਹੈ। ਮੈਂ ਅੱਜ ਹੁਣ ਕਹਿ ਰਿਹਾ ਕਿ ਜਿਹੜਾ ਰਾਜਪੁਰਾ ਥਰਮਲ ਹੈ ਪੂਰੇ ਲੋਡ ਤੇ ਚੱਲ ਰਿਹਾ, ਮੈਂ 2 ਘੰਟੇ ਪਹਿਲਾਂ ਵੇਖਿਆ, ਤੇ ਇਹਦਾ ਇਹ ਨਹੀਂ ਪਤਾ ਵੀ 1 ਮਿੰਟ ਬਾਅਦ ਮਤਲਬ ਕਿਹੜਾ ਯੂਨਿਟ ਕੋਲ ਟ੍ਰਿਪ ਕਰ ਜੇ। ਮਤਲਬ ਨਹੀਂ, ਕਿਉਂ ਕਰਦੇ ਨੇ ਟ੍ਰਿਪ? ਨਹੀਂ ਗੁਰਸੇਵਕ ਜੀ, ਤੁਸੀਂ ਜੇਕਰ ਦੱਸ ਸਕੋ ਕਿਉਂ ਟ੍ਰਿਪ? ਪਤਾ ਇਹ ਹੈ ਜਿਹੜੀ ਮਸ਼ੀਨਰੀ ਦਾ ਆਪਾਂ ਕਹਿ ਨਹੀਂ ਸਕਦੇ ਕੁਝ ਵੀ। ਨਹੀਂ, ਫਿਰ ਗੱਲ ਤਾਂ ਉਹੀ ਹੋ ਗਈ ਨਾ, ਫਿਰ ਤਾਂ ਸਫੇਦ ਹਾਥੀ ਵਾਲਾ ਕੰਮ ਹੋ ਗਿਆ ਕਿ ਜਦੋਂ ਹੁਣ ਸਰਦੀਆਂ 'ਚ ਲੋਡ ਨਹੀਂ ਉਦੋਂ ਕੋਈ ਟ੍ਰਿਪ ਨਹੀਂ ਕਰਨਾ, ਜਦੋਂ ਲੋਡ ਪਾਤਾ ਤਾਂ ਫਿਰ ਟ੍ਰਿਪ ਹੋ ਜਾਣੇ। ਨਹੀਂ, ਉਹ ਸਰਦੀਆਂ ਤਾਂ ਚਲੋ ਮਤਲਬ ਨਹੀਂ ਕਰਦੇ ਚਲਾਉਂਦੇ, ਪਰ ਨੁਕਸ ਤਾਂ ਕਿਤੇ ਵੀ ਪੈ ਸਕਦਾ ਨਾ, ਨੁਕਸ ਤਾਂ ਬੰਦੇ 'ਚ ਵੀ ਪੈ ਸਕਦਾ ਹੈ। ਵੇਖੋ ਮੈਂ ਕੋਈ ਪੋਲੀਟੀਕਲ ਪਾਰਟੀ ਦਾ ਮੁੱਢਲਾ ਮੈਂਬਰ ਨਹੀਂ ਹਾਂ, ਮੈਂ ਕਿਸੇ ਪਾਰਟੀ ਨੂੰ ਚੰਗਾ ਨਹੀਂ ਕਹਿੰਦਾ, ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਪਰ ਅਸੀਂ ਟੈਕਨੀਕਲ ਬੰਦੇ ਆ, ਟੈਕਨੀਕਲ ਬੰਦੇ ਆ। ਸਾਨੂੰ ਪਤਾ ਹੈ ਕਿ ਕਦੇ ਵੀ ਰਾਹ ਜਾਂਦੀ ਕਾਰ ਵੀ ਖਰਾਬ ਹੋ ਸਕਦੀ ਹੈ, ਰਾਹ ਜਾਂਦਾ ਸਕੂਟਰ ਵੀ ਖਰਾਬ ਹੋ ਸਕਦਾ ਹੈ। ਇਹ ਨਹੀਂ ਗੱਲ ਹੈਗੀ, ਇਹ ਵੀ ਨੁਕਸ ਤਾਂ ਪੈ ਸਕਦਾ ਹੈ। ਨਹੀਂ, ਮੈਂ ਤਾਂ ਸਵਾਲ ਅੱਜ ਤਾਂ ਹੀ ਕਰ ਰਿਹਾ ਨਾ ਕਿ ਦੇਖੋ ਜਦੋਂ ਜ਼ਰੂਰਤ ਹੋਵੇ ਉਦੋਂ ਹੀ ਚੀਜ਼ ਖਰਾਬ ਹੋਵੇ, ਫਿਰ ਤਾਂ ਹੀ ਤਾਂ ਫਿਰ ਲੋਕਾਂ ਨੂੰ ਖਦਸ਼ੇ ਹੁੰਦੇ ਨੇ ਕਿ ਅੱਗੇ ਪਿੱਛੇ ਖਰਾਬ ਹੁੰਦਾ ਰਹੇ ਕੋਈ ਚੀਜ਼, ਅਲੱਗ ਗੱਲ ਹੈ ਕਿ ਹੁਣ ਜਦੋਂ ਲੋਡ ਹੈ ਤਾਂ ਉਸ ਸਮੇਂ ਤੁਸੀਂ ਕਹੋ ਜੀ ਸਾਡੇ ਤਾਂ ਜੀ ਪਾਈਪਾਂ ਫਟ ਗਈਆਂ ਜਾਂ ਸਾਡੇ ਕੋਈ ਆਹ ਪ੍ਰੋਬਲਮ ਹੋ ਗਈ, ਫਿਰ ਲੋਕਾਂ ਨੂੰ ਬੜਾ ਖਦਸ਼ਾ ਹੁੰਦਾ ਕਿ ਯਾਰ ਤੁਸੀਂ ਪਹਿਲਾਂ ਇਹ ਸਭ ਕੁਝ ਕਰਕੇ ਰੱਖਣਾ ਸੀ, ਠੀਕ ਕਰਕੇ ਰੱਖਣਾ ਸੀ, ਉਸ ਤੋਂ ਬਾਅਦ ਤੁਹਾਨੂੰ ਪਤਾ ਕਿ ਪੀਕ ਸੀਜ਼ਨ ਆ ਰਿਹਾ। ਸ਼ੁਕਲਾ ਜੀ, ਨਹੀਂ ਐ ਜਿਵੇਂ ਹੁਣ 8 ਮਾਰਚ ਤੋਂ ਬੰਦ ਪਿਆ ਤਲਵੰਡੀ ਸਾਬੋ ਵਾਲਾ, ਇਹਨਾਂ ਦੀ ਮਤਲਬ ਜਿਹੜੀ ਹੈ ਮਾੜੀ ਨੀਅਤ ਹੈ ਜਿਹੜੀ ਕੰਪਨੀ ਦੀ ਜਾਂ ਸਾਡੇ ਪੋਲੀਟੀਕਲ ਬੰਦਿਆਂ ਦੀ।
ਇੱਕ ਵੇਖੋ, ਇੱਕ ਕੋਈ ਸਰਕਾਰੀ ਥਰਮਲ ਹੈ ਚਾਹੇ ਕੋਈ ਪ੍ਰਾਈਵੇਟ ਥਰਮਲ ਹੈ, ਉਹ ਪੂਰੇ ਲੋਡ ਤੇ ਚੱਲ ਰਿਹਾ, ਉਹਦੇ ਚੱਲਦੇ ਵਿੱਚ ਕੋਈ ਨੁਕਸ ਪੈ ਗਿਆ ਉਹਦੇ ਬਾਰੇ ਆਪਾਂ ਕਮੈਂਟ ਨਹੀਂ ਕਰ ਸਕਦੇ ਕੋਈ। ਤੇ ਜਿਹੜਾ ਯੂਨਿਟ 8 ਮਾਰਚ ਤੋਂ ਬੰਦ ਪਿਆ ਹੈ, ਉਹ ਕੰਪਨੀ ਨੇ ਕਿਉਂ ਨਹੀਂ ਚਲਾਇਆ ਹੁਣ ਤੱਕ? ਕਿਉਂ ਨਹੀਂ ਮਤਲਬ ਉਹਦੀ ਮੇਨਟੇਨੈਂਸ ਕੀਤੀ? ਕਿਉਂ ਨਹੀਂ ਮਤਲਬ ਜਿਹੜਾ ਹੈ ਮਤਲਬ ਉਹ ਕੰਪਨੀ ਨੂੰ ਮਤਲਬ ਠੀਕ ਕੀਤਾ? ਠੀਕ ਹੈ, ਮੈਂ ਮਤਲਬ ਨਹੀਂ ਠੀਕ ਹੈ, ਮੈਂ ਤਲਵੰਡੀ ਸਾਬੋ ਵਾਲੇ ਦੇ ਉੱਤੇ ਆਉਂਗਾ, ਉਸ ਦੇ ਉੱਤੇ ਵੀ ਤੁਹਾਡੇ ਤੋਂ ਜਵਾਬ ਲਵਾਂਗੇ। ਪਰ ਮੈਂ ਜੇ ਸਿੱਧੀ ਗੱਲ ਕਰਾਂ ਕਿ ਜੇ ਜਿਵੇਂ ਰੋਪੜ ਦਾ ਜ਼ਿਕਰ ਹੋ ਰਿਹਾ ਹੈ ਕਿ ਜੇ ਸਾਰੀਆਂ ਯੂਨਿਟ ਚੱਲ ਰਹੀਆਂ ਨੇ ਤਾਂ ਉਹ ਪੂਰੀ ਪ੍ਰੋਡਕਸ਼ਨ ਕਰ ਰਹੀਆਂ ਹੋਣਗੀਆਂ, ਇਹ ਕਲੀਅਰ ਹੁੰਦਾ ਕਿ ਜਿਵੇਂ ਕੋਈ ਪ੍ਰੋਡਕਸ਼ਨ, ਜਿਵੇਂ ਰਾਜਪੁਰੇ ਵਾਲੀ ਦੀ ਗੱਲ ਕਰ ਲਵਾਂ ਕਿ 700 ਮੈਗਾਵਾਟ ਦੀ ਉਸਦੀ ਸਮਰੱਥਾ ਹੈ, ਤੇ ਜੇ ਯੂਨਿਟ ਚੱਲ ਰਹੀ ਹੈ ਤਾਂ ਪੂਰੀ ਸਮਰੱਥਾ ਦੇ ਨਾਲ ਪ੍ਰੋਡਕਸ਼ਨ ਕਰ ਰਹੀ ਹੋਏਗੀ। ਬਿਲਕੁਲ ਜੀ, ਪਹਿਲੀ ਗੱਲ ਤਾਂ ਇਹ ਹੈ ਸ਼ੁਕਲਾ ਜੀ ਕਿ ਆਪਾਂ ਅੱਜ ਦੇ ਜ਼ਮਾਨੇ ਦੇ ਵਿੱਚ ਜਿਵੇਂ ਪੋਲੀਟੀਕਲ ਬੰਦੇ ਝੂਠ ਮਾਰਦੇ ਆ, ਆਪਾਂ ਝੂਠ ਨਹੀਂ ਮਾਰ ਸਕਦੇ। ਸਾਡੀ ਵੈਬਸਾਈਟ ਬਣੀ ਹੋਈ ਹੈ, ਤੁਸੀਂ ਕੱਢੋ ਉਹ SLDC, ਉਹ ਤੇ ਪਾਵਰ ਜਨਰੇਸ਼ਨ ਦਾ ਸਾਰਾ ਕੁਝ ਆ ਜਾਂਦਾ, ਤੁਸੀਂ ਹੁਣੇ ਕੱਢ ਕੇ ਵੇਖ ਲਓ। ਮਤਲਬ ਜੇ ਹੁਣ ਮੈਂ ਐਵੇਂ ਝੂਠ ਮਾਰੀ ਜਾਵਾਂ ਜਾਂ ਪੋਲੀਟੀਕਲ ਬੰਦੇ ਝੂਠ ਮਾਰੀ ਜਾਣ, ਉਹਦਾ ਤਾਂ ਕੋਈ ਮਤਲਬ ਹੱਲ ਨਹੀਂ ਹੈ। ਮਤਲਬ ਜਿਹੜਾ ਇਸ ਵੇਲੇ ਨੈਟ ਦੇ ਉੱਤੇ ਤੁਸੀਂ ਗੂਗਲ ਦੇ ਉੱਤੇ ਜਾਓ, SLDC ਭਰ ਕੇ ਤੁਸੀਂ ਉਹ ਜਨਰੇਸ਼ਨ ਦਾ ਕੱਢੋ, ਤੁਹਾਨੂੰ ਪਤਾ ਲੱਗ ਜੂ ਸਾਰੇ ਕਿੰਨੇ ਯੂਨਿਟ ਆ, ਕਿੰਨੇ ਰੋਪੜ ਦੇ ਚੱਲਦੇ ਆ, ਕਿੰਨੇ ਲਹਿਰਾ ਥਰਮਲ ਦੇ ਚੱਲਦੇ ਆ, ਕਿੰਨੇ ਰਾਜਪੁਰੇ ਦੇ ਚੱਲਦੇ ਆ, ਕਿੰਨੇ ਤਲਵੰਡੀ ਸਾਬੋ ਦੇ ਚੱਲਦੇ, ਕਿੰਨੇ GVK ਦੇ ਚੱਲਦੇ ਆ। ਤੁਹਾਨੂੰ ਸਾਰਾ ਉਹਦਾ ਰਿਕਾਰਡ ਮਿਲ ਜੂਗਾ। ਉਹ ਚ ਮੈਥੋਂ ਕੋਲ ਲਓ ਜਾਂ ਤੁਸੀਂ ਆਪ ਵੇਖ ਲਓ, ਚਾਹੇ ਲੋਕ ਆਪ ਵੇਖ ਲੈਣ। ਮਤਲਬ ਇਹ ਚ ਕੋਈ ਝੂਠ ਮਾਰਨ ਵਾਲਾ ਹੁਣ ਜਿਹੜਾ ਨਾ ਮਤਲਬ ਜੋ ਨਹੀਂ ਹੈ, ਸੱਚ ਦੀ ਗੱਲ ਨਹੀਂ ਹੈ। ਅਸੀਂ ਤਾਂ ਇਹ ਸਮਝਣਾ ਚਾਹ ਰਹੇ ਹਾਂ ਕਿਉਂਕਿ ਲੋਕ ਹਰ ਕੋਈ ਜਾ ਕੇ ਗੂਗਲ ਤੇ ਹੁਣ ਚੈੱਕ ਨਹੀਂ ਕਰੇਗਾ। ਮੈਂ ਥੋੜਾ ਜਿਹਾ ਬ੍ਰੇਕ ਲੈਣਾ, ਉਸ ਤੋਂ ਪਹਿਲਾਂ ਮੈਂ ਜਵਾਬ ਜਾਣਨਾ ਚਾਹੁੰਦਾ ਤੁਹਾਡੇ ਤੋਂ। ਦਰਅਸਲ ਗੱਲ ਕੀ ਹੁੰਦੀ ਹੈ ਕਿ ਤੁਹਾਡੀ ਕਾਰ 200 ਦੀ ਸਪੀਡ ਤੇ ਵੀ ਭੱਜ ਸਕਦੀ ਹੈ, ਤੁਹਾਡੀ ਕਾਰ 140 ਦੀ ਵੀ ਫੁੱਲ ਸਪੀਡ ਹੁੰਦੀ ਹੈ, ਪਰ ਉਹ ਤਾਂ ਸਾਡੇ ਪਰ ਹੈ ਨਾ ਕਿ ਅਸੀਂ ਕਿੰਨੀ ਸਪੀਡ ਰੱਖਣੀ ਹੈ ਉਹਦੇ ਪਰ, ਕਿ ਮੈਂ 50 ਤੇ ਚਲਾਉਣੀ ਹੈ ਜਾਂ 70 ਤੇ ਚਲਾਉਣੀ ਹੈ ਜਾਂ 100 ਤੇ ਚਲਾਉਣੀ ਹੈ। ਮੈਂ ਉਸ ਤਰੀਕੇ ਨਾਲ ਕਹਿ ਰਿਹਾ ਕਿ ਕਾਰ ਤਾਂ ਚੱਲ ਰਹੀ ਹੈ, ਕਿ ਯੂਨਿਟ ਤਾਂ ਚੱਲ ਰਿਹਾ ਹੈ, ਤੇ ਉਹਦੇ ਵਿੱਚੋਂ ਕਿੰਨੀ ਸਪੀਡ ਦੇ ਨਾਲ ਪ੍ਰੋਡਕਸ਼ਨ ਹੋ ਰਹੀ ਹੈ, ਮੈਂ ਇਹ ਸਮਝਣਾ ਚਾਹ ਰਿਹਾ ਕਿ ਜੇ ਯੂਨਿਟ ਚੱਲ ਰਹੀ ਹੈ ਤਾਂ ਮਤਲਬ ਇਹ ਹੈ ਕਿ ਪੂਰੀ ਪ੍ਰੋਡਕਸ਼ਨ ਹੋ ਰਹੀ ਹੋਏਗੀ। ਨਹੀਂ ਹੁਣ ਤੁਸੀਂ ਮੈਨੂੰ ਦੱਸੋ ਨਾ ਵੀ ਪ੍ਰਾਈਵੇਟ ਦੀ ਗੱਲ ਕਰਦੇ ਹੋ ਕਿ ਸਰਕਾਰੀ ਦੀ ਕਰਦੇ ਹੋ? ਮੈਂ ਤਾਂ ਦੋਵਾਂ ਦੀ ਕਰਦਾ ਜੀ। ਲੋਕਾਂ ਨੂੰ ਤਾਂ ਸਰਕਾਰੀ ਦਾ ਵੇਖੋ ਜੀ, ਪ੍ਰਾਈਵੇਟ ਵਾਲੀ ਆ ਬਈ ਜਾਂ ਦੂਜੀ ਸਰਕਾਰੀ ਵੇਖੋ ਮੇਰੀ ਗੱਲ ਸੁਣੋ, ਜੇ ਸਾਡੀ ਕਾਰ ਦੀ ਸਪੀਡ ਕੰਪਨੀ ਨੇ 140 ਕਿਲੋਮੀਟਰ ਪ੍ਰਤੀ ਘੰਟਾ ਰੱਖੀ ਹੈ ਜੀ, ਤਾਂ ਅਸੀਂ ਤਾਂ ਜਿਹੜੇ ਸਰਕਾਰੀ ਥਰਮਲ 120 ਤੇ ਚਲਾ ਰਹੇ ਹਾਂ ਜੀ, ਪੂਰੇ 120 ਸਪੀਡ ਤੇ ਚੱਲ ਰਹੀ ਹੈ ਸਾਡੀ ਕਾਰ। ਠੀਕ ਹੈ, ਇਹਦੇ ਚ ਕੋਈ ਝੂਠ ਵਾਲੀ ਗੱਲ ਨਹੀਂ, ਤੁਸੀਂ ਨੈਟ ਤੇ ਸਰਚ ਕਰ ਲਓ, ਤੁਹਾਨੂੰ ਇੱਕ ਮਿੰਟ ਚ ਪਤਾ ਮਤਲਬ ਫਿਰ ਰਿਸਕੀ ਹੋ ਜਾਂਦਾ ਕਿ ਜਿੰਨਾ ਤੁਸੀਂ ਪੀਕ ਤੇ ਜਾਓਗੇ ਉਹਨਾਂ ਟ੍ਰਿਪ ਕਰਨ ਦੇ ਚਾਂਸਸ ਹੈ। ਹਾਂਜੀ, ਜਿੰਨੇ ਆਪਾਂ ਕਾਰ ਤੇ ਇਹ ਭਜਾਵਾਂਗੇ, ਜਿੰਨੀ ਕਾਰ ਤੇ ਇਹ ਭਜਾਵਾਂਗੇ, ਆਪਾਂ ਨੂੰ ਬਾਈ ਦਾ ਵੇ ਮਤਲਬ ਕੋਈ ਵੀ ਐਕਸੀਡੈਂਟ ਵੀ ਹੋ ਸਕਦਾ ਹੈ। ਸੋ ਕੰਟਰੋਲ ਦੇ ਵਿੱਚ ਰਹਿ ਕੇ ਅਸੀਂ ਜਿਹੜੀ ਹੈ 80% ਲੋਡ ਫੈਕਟਰ ਦੇ ਉੱਤੇ, ਜੇ ਸਾਡੇ 210 ਮੈਗਾਵਾਟ ਦੀ ਯੂਨਿਟ ਹੈ, ਅਸੀਂ 80% ਲੋਡ ਫੈਕਟਰ ਤੋਂ ਵੱਧ ਚਲਾ ਰਹੇ ਹਾਂ, 90-92 ਚਲਾ ਰਹੇ ਹਾਂ। ਠੀਕ ਹੈ, ਚਲੋ ਆ ਪੁਆਇੰਟ ਸੀ ਨਾ, ਮੈਂ ਇਸ ਦੇ ਉੱਤੇ ਗੱਲ ਕਰਨੀ ਜਾ ਰਿਹਾ ਸੀ। ਮੈਂ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਿਹਾ, ਮੈਂ ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਗੱਲਬਾਤ ਤਲਵੰਡੀ ਸਾਬੋ ਨੂੰ ਲੈ ਕੇ ਹੋਏਗੀ, ਜੋ ਪੂਰਾ ਦਿਨ ਚਰਚਾ ਦਾ ਵਿਸ਼ਾ ਰਿਹਾ। ਇੱਕ ਯੂਨਿਟ ਜੋ ਗੁਰਸੇਵਕ ਜੀ ਨੇ ਜ਼ਿਕਰ ਕੀਤਾ ਕਿ 8 ਮਾਰਚ ਤੋਂ ਬੰਦ ਸੀ, ਦੂਜਾ ਯੂਨਿਟ ਟ੍ਰਿਪ ਹੋ ਗਿਆ, ਉੱਥੇ ਕੋਈ ਦਿੱਕਤ ਆ ਗਈ ਹੈ, ਤਾਂ 3 ਦੇ ਵਿੱਚੋਂ 2 ਯੂਨਿਟਾਂ ਤਲਵੰਡੀ ਸਾਬੋ ਵਾਲੀਆਂ ਬੰਦ ਹੋ ਗਈਆਂ ਨੇ। 3 ਯੂਨਿਟ ਨੇ ਉਸ ਪ੍ਰਾਈਵੇਟ ਪ੍ਰੋਜੈਕਟ ਦੀਆਂ, ਉਹਦੇ ਵਿੱਚੋਂ 2 ਯੂਨਿਟਾਂ ਬੰਦ ਹੋ ਗਈਆਂ, ਇੱਕ ਚੱਲਦੀ ਹੈ। ਇਸ ਕਰਕੇ ਕਹਿ ਰਹੇ ਕਿ ਡੂੰਘਾ ਹੋ ਸਕਦਾ ਹੈ ਸੰਕਟ, ਜੇ 660 ਮੈਗਾਵਾਟ ਦਾ ਇੱਕ ਪੂਰਾ ਯੂਨਿਟ ਬੰਦ ਹੋ ਜਾਏ, ਇੱਕ ਆਲਰੇਡੀ ਬੰਦ ਸੀ, ਯਾਨੀ ਤਕਰੀਬਨ 1300 ਮੈਗਾਵਾਟ ਜੋ ਬਿਜਲੀ ਦੀ ਪ੍ਰੋਡਕਸ਼ਨ ਕੀਤੀ ਜਾ ਸਕਦੀ ਸੀ, ਉਹ ਨਹੀਂ ਹੋਈ, ਤਾਂ ਫਿਰ ਦਿੱਕਤ ਤਾਂ ਪੰਜਾਬੀਆਂ ਨੂੰ ਆ ਸਕਦੀ ਹੈ। ਇਸ ਕਰਕੇ ਅਸੀਂ ਸਵਾਲ ਕਰ ਰਹੇ ਹਾਂ ਕਿ ਆਖਿਰ ਕਿਉਂ ਸਵਾਲ ਨਹੀਂ ਕੀਤਾ ਜਾਂਦਾ ਇਹਨਾਂ ਪਾਵਰ ਪ੍ਰੋਜੈਕਟਾਂ ਵਾਲਿਆਂ ਨੂੰ ਕਿ ਤੁਸੀਂ 8 ਮਾਰਚ ਤੋਂ ਕਿਉਂ ਬੰਦ ਕੀਤਾ ਹੋਇਆ ਹੈ ਇਹ ਪੂਰਾ ਆਪਣਾ ਇੱਕ ਯੂਨਿਟ। ਉਸ ਦੇ ਉੱਤੇ ਗੱਲ ਹੋਏਗੀ ਛੋਟੇ ਜਿਹੇ ਬ੍ਰੇਕ ਤੋਂ ਬਾਅਦ।